सतनाम श्री वाहिगुरु साहिब जीओ। भूल जो चूक भई हम ते गुर किंकर सो तुम ते बख्शावत। लाज रखो निज नामै की सिख मैं तुमरो जग माहि कहावत। तू बख्शांद सदा सुखदायक मोह मन नाहि बिखै छुटकावत। लोह ते हेम रंड ते चंदन मानुख ते सुर तू ही बनावत। ईकंकारा सतगुरु तेरे प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। वाहिगुरु जी का खालसा वाहिगुरु जी की फतेह। परम सत्कारयोग गुरु स्वरूप गुरु खालसा साध संगत जी, जितने भी आप माई भाई नेमी प्रेमी दूरों नेड़ियों चल करके महापुरखां दे पावन पवित्र अस्थान अथवा गुरु बाबा जियां दी सचखंड दरबार दे विच पहुँचे हो, सब सतगुरां दे चरनां दे विच हाजरियां लवाउण दे वास्ते चित विरती नूं बाहरों इकागर करन दी खेचल करो। धन धन साहिब श्री गुरु गोबिंद सिंह जी महाराज जियां दी पावन पवित्र कथा चल रही है। पिछले प्रकरण दे विच असीं इह विचार सरबन कीती कि धन धन साहिब श्री गुरु गोबिंद सिंह जी महाराज श्री आनंदपुर साहिब दे विच निवास रखते हैं ਅਤੇ सतगुरु महाराज जियां दे दरबार दे विच हर रोज़ हज़ारां दी गिनती दे विच गुरसिख संगतां नਵੇਂ ਤੋਂ ਨਵੇਂ प्रेमी चल के आउंदे ਹਨ। हर रोज़ सतगुरां दा दीवान लगदा है, दरबार लगदा है। बेअंत सिख संगतां नूं नाम बाणी दा उपदेश दे के उस वाहिगुरू दे नाल जोड़दे हन। ਤਾਂ ਅੱਜ ਵੀ ਸਤਿਗੁਰੂ ਮਹਾਰਾਜ ਜੀਆਂ ਦਾ ਦਰਬਾਰ ਸਜਿਆ। ਬੇਅੰਤ ਸਿੱਖ ਸੰਗਤਾਂ ਆ ਕੇ ਨਮਸਕਾਰਾਂ ਕਰਦੇ ਹਨ। ਸਤਿਗੁਰਾਂ ਨੂੰ ਮੱਥਾ ਟੇਕ ਕੇ ਭੇਟਾਵਾਂ ਰੱਖ ਕੇ ਔਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੁਭਾਏਮਾਨ ਹੁੰਦੇ ਹਨ। ਇਹਨਾਂ ਹੀ ਸਿੱਖ ਸੰਗਤਾਂ ਦੇ ਵਿੱਚ ਇੱਕ ਸਲਾਰਦੀਨ ਨਾਮ ਦਾ ਕਾਜੀ ਉਹ ਚੱਲ ਕੇ ਆਇਆ। ਉਸਨੇ ਵੀ ਆ ਕੇ ਸਤਿਗੁਰੂ ਮਹਾਰਾਜ ਜੀਆਂ ਨੂੰ ਨਮਸਕਾਰ ਕੀਤੀ ਅਤੇ ਸਿੱਖ ਸੰਗਤਾਂ ਦੇ ਵਿੱਚ ਸਤਿਗੁਰਾਂ ਦੇ ਨਜ਼ਦੀਕ ਨੇੜੇ ਹੀ ਬੈਠ ਜਾਂਦਾ ਹੈ। ਉਹ ਕਾਫੀ ਸਮਾਂ ਇੱਧਰ ਉੱਧਰ ਸਭ ਕੁਝ ਦੇਖਦਾ ਰਿਹਾ ਕਿ ਕਿਵੇਂ ਸਿੱਖ ਸੰਗਤਾਂ ਆਉਂਦੀਆਂ ਹਨ, ਸਤਿਗੁਰਾਂ ਦੇ ਚਰਨਾਂ 'ਤੇ ਮੱਥਾ ਟੇਕਦੇ ਹਨ, ਮਸਤਕ ਲਗਾ ਕੇ ਅਤੇ ਭੇਟਾਵਾਂ ਰੱਖਦੇ ਹਨ। ਇਸ ਦੇ ਮਨ ਦੇ ਵਿੱਚ ਬੈਠੇ ਬੈਠੇ ਕੁਝ ਕੁ ਤਰਕਾਂ ਸ਼ੁਰੂ ਹੋ ਜਾਂਦੀਆਂ ਹਨ। ਭਾਵੇਂ ਇਹ ਸਾਈ ਲੋਕ ਸੀ, ਰੱਬ ਦਾ ਬੰਦਾ ਸੀ, ਅਤੇ ਇਸ ਦੇ ਮਨ ਦੇ ਵਿੱਚ ਕੋਈ ਧੋਖਾ ਫਰੇਬ ਕਿਸੇ ਦੇ ਨਾਲ ਨਹੀਂ ਸੀ। ਨਾ ਕਰ ਹਿੰਦੂਆਂ ਦੇ ਨਾਲ ਇਹ ਈਰਖਾ ਦਵੈਸ਼ ਰੱਖਦਾ ਸੀ, ਸਭ ਨੂੰ ਇੱਕ ਸਮਾਨ ਸਮਝਦਾ। ਤਾਂ ਉਸ ਟਾਈਮ ਇਸ ਦੇ ਮਨ ਦੇ ਵਿੱਚ ਜ਼ਰੂਰ ਇਹ ਤਰਕਾਂ ਪੈਦਾ ਹੋਈਆਂ ਕਿ ਸਿੱਖ ਸੰਗਤਾਂ ਆਉਂਦੀਆਂ ਹਨ, ਆ ਕੇ ਸਤਿਗੁਰਾਂ ਦੇ ਚਰਨਾਂ 'ਤੇ ਮਸਤਕ ਲਗਾ ਕੇ ਮੱਥਾ ਟੇਕਦੇ ਹਨ। ਜੇਕਰ ਦੂਰ ਤੋਂ ਹੀ ਨਮਸਕਾਰ ਕਰ ਦਿੱਤੀ ਜਾਵੇ ਤੇ ਗੁਰੂ ਕੇ ਦਰ 'ਤੇ ਉਹ ਵੀ ਪ੍ਰਵਾਨ ਹੋ ਜਾਣੀ ਚਾਹੀਦੀ ਹੈ। ਔਰ ਦੂਸਰੀ ਗੱਲ ਕਿ ਸਿੱਖ ਸੰਗਤਾਂ ਭੇਟਾਵਾਂ ਰੱਖ ਕੇ ਮੱਥਾ ਟੇਕਦੇ ਹਨ ਅਤੇ ਅਰਦਾਸੀਆ ਸਿੰਘ ਅਰਦਾਸ ਕਰਦਾ ਹੈ,
ਸਿੱਖ ਸੰਗਤਾਂ ਦੇ ਵਿੱਚੋਂ ਕੋਈ ਆਪਣੇ ਦੁੱਖ ਦੂਰ ਕਰਨ ਦੇ ਵਾਸਤੇ ਬੇਨਤੀਆਂ ਕਰਦਾ ਹੈ, ਰੋਗ ਸੋਗ ਨੂੰ ਮਿਟਾਉਣ ਦੇ ਵਾਸਤੇ ਬੇਨਤੀਆਂ ਕਰਦਾ ਹੈ, ਕੋਈ ਧਨ ਦੌਲਤ ਦੇ ਵਾਸਤੇ ਆਪਣੀ ਗਰੀਬੀ ਦੂਰ ਕਰਨ ਦੇ ਵਾਸਤੇ ਬੇਨਤੀ ਕਰਦਾ ਹੈ, ਕੋਈ ਪੁੱਤਰਾਂ ਆਦਿ ਦੀ ਦਾਤਾਂ ਮੰਗ ਰਿਹਾ ਹੈ, ਤਾਂ ਸਤਿਗੁਰੂ ਮਹਾਰਾਜ ਉਸੇ ਤਰ੍ਹਾਂ ਇਹਨਾਂ ਸਿੱਖ ਸੰਗਤਾਂ 'ਤੇ ਕਿਰਪਾ ਕਰਦੇ ਹਨ, ਬਚਨ ਕਰਦੇ ਹਨ। ਇਸ ਸਲਾਰਦੀਨ ਕਾਜੀ ਦੇ ਮਨ ਦੇ ਵਿੱਚ ਇਸ ਗੱਲ ਦਾ ਸ਼ੰਕਾ ਪਿਆ ਕਿ ਸਤਿਗੁਰਾਂ ਦੇ ਦਰ 'ਤੇ ਦੂਰ ਤੋਂ ਹੀ ਨਮਸਕਾਰ ਕੀਤੀ ਮਨਜ਼ੂਰ ਹੋ ਜਾਣੀ ਚਾਹੀਦੀ ਹੈ। ਦੂਸਰੀ ਗੱਲ, ਜੋ ਕੁਝ ਹੁੰਦਾ ਹੈ ਉਸ ਖੁਦਾ ਦੇ ਹੁਕਮ ਦੇ ਵਿੱਚ ਹੀ ਹੁੰਦਾ ਹੈ। ਜੋ ਉਸ ਖੁਦਾ ਦੇ ਵੱਲੋਂ ਇਸ ਦੇ ਲੇਖ ਲਿਖੇ ਜਾਂਦੇ ਹਨ ਮਸਤਕ 'ਤੇ, ਉਹਨਾਂ ਦੇ ਅਨੁਸਾਰ ਹੀ ਜੀਵ ਨੂੰ ਦੁੱਖ ਅਤੇ ਸੁੱਖ ਮਿਲਦੇ ਹਨ। ਫਿਰ ਸਤਿਗੁਰਾਂ ਦੇ ਪਾਸ ਆ ਕੇ ਅਰਦਾਸ ਕਰਨ ਦਾ ਕੀ ਮਤਲਬ, ਬੇਨਤੀ ਕਰਨ ਦਾ ਕੀ ਮਤਲਬ, ਅਤੇ ਗੁਰੂ ਮਹਾਰਾਜ ਆਪਣੇ ਵੱਲੋਂ ਬਚਨ ਕਰਕੇ ਇਹਨਾਂ ਦੇ ਦੁੱਖ ਕਿਵੇਂ ਦੂਰ ਕਰਦੇ ਹਨ। ਇਸ ਗੱਲ ਦਾ ਮਨ ਦੇ ਵਿੱਚ ਸ਼ੰਕਾ ਪਿਆ। ਸੋਚਦਾ ਹੈ ਕਿ ਮੈਨੂੰ ਥੋੜ੍ਹਾ ਜਿਹਾ ਸਮਾਂ ਮਿਲੇ, ਗੁਰੂ ਮਹਾਰਾਜ ਜੀਆਂ ਦੇ ਨਾਲ ਬਚਨ ਬਿਲਾਸ ਕਰਾਂ, ਬੇਨਤੀ ਕਰਾਂ, ਆਪਣੇ ਸ਼ੰਕੇ ਨੂੰ ਨਿਵਰਤ ਕਰ ਲਵਾਂ। ਤਾਂ ਕੁਝ ਕੁ ਸਮੇਂ ਤੋਂ ਬਾਅਦ ਸਿੱਖ ਸੰਗਤਾਂ ਨਮਸਕਾਰਾਂ ਕਰਕੇ ਮੱਥਾ ਟੇਕ ਕੇ ਬੈਠਦੇ ਗਏ। ਇਸ ਨੇ ਦੇਖਿਆ ਕਿ ਹੁਣ ਸਿੱਖ ਸੰਗਤਾਂ ਨੇ ਮੱਥਾ ਟੇਕ ਲਿਆ ਹੈ ਅਤੇ ਮੈਂ ਹੁਣ ਸਤਿਗੁਰਾਂ ਦੇ ਪਾਸ ਬੇਨਤੀ ਕਰਾਂ। ਇਹ ਖੜਾ ਹੋ ਕੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ, ਸਿੱਖ ਸੰਗਤਾਂ ਆਪ ਜੀਆਂ ਦੇ ਦਰ 'ਤੇ ਬੜੀ ਭਾਰੀ ਗਿਣਤੀ ਦੇ ਵਿੱਚ ਆਉਂਦੇ ਹਨ, ਪਰ ਮੇਰੇ ਮਨ ਦੇ ਵਿੱਚ ਇਸ ਗੱਲ ਦਾ ਸ਼ੰਕਾ ਹੈ ਕਿ ਸਿੱਖ ਸੰਗਤਾਂ ਆ ਕੇ ਗੁਰੂ ਕੇ ਚਰਨਾਂ 'ਤੇ ਮਸਤਕ ਲਾ ਕੇ ਮੱਥਾ ਟੇਕਦੇ ਹਨ। ਜੇਕਰ ਦੂਰ ਤੋਂ ਹੀ ਨਮਸਕਾਰ ਕਰ ਦਿੱਤੀ ਜਾਵੇ ਤੇ ਗੁਰੂ ਕੇ ਦਰ 'ਤੇ ਉਹ ਵੀ ਪ੍ਰਵਾਨ ਹੋ ਜਾਣੀ ਚਾਹੀਦੀ ਹੈ। ਫਿਰ ਦੂਸਰੀ ਗੱਲ ਕਿ ਸਿੱਖ ਸੰਗਤਾਂ ਬੇਨਤੀਆਂ ਕਰਦੇ ਹਨ, ਅਰਦਾਸਾਂ ਕਰਦੇ ਹਨ ਕਿ ਸਾਡਾ ਆਹ ਦੁੱਖ ਦੂਰ ਹੋ ਜਾਵੇ, ਸਾਡਾ ਆਹ ਰੋਗ ਦੂਰ ਹੋ ਜਾਵੇ, ਸਾਡੀ ਗਰੀਬੀ ਦੂਰ ਹੋ ਜਾਵੇ। ਕੋਈ ਪੁੱਤਰ ਦੀ ਦਾਤ ਵਾਸਤੇ ਬੇਨਤੀ ਕਰਦਾ ਹੈ, ਤੁਸੀਂ ਉਹਨਾਂ ਨੂੰ ਬਚਨ ਕਰਕੇ ਉਹ ਦਾਤਾਂ ਬਖਸ਼ ਦਿੰਦੇ ਹੋ। ਪਰ ਸੱਚੇ ਪਾਤਸ਼ਾਹ, ਮੇਰੇ ਤੇ ਮਨ ਦੇ ਵਿੱਚ ਇਹ ਖਿਆਲ ਬੈਠਾ ਹੋਇਆ ਹੈ ਕਿ ਜੋ ਖੁਦਾ ਦੇ ਵੱਲੋਂ ਲੇਖ ਲਿਖੇ ਹੋਏ ਹਨ ਔਰ ਉਹਨਾਂ ਲੇਖਾਂ ਦੇ ਅਨੁਸਾਰ ਹੀ ਜੀਵ ਦੁੱਖ ਅਤੇ ਸੁੱਖ ਭੋਗਦਾ ਹੈ, ਔਰ ਜਿਸ ਤਰ੍ਹਾਂ ਦੇ ਲੇਖ ਲਿਖੇ ਹਨ ਉਹਨਾਂ ਨੂੰ ਕੋਈ ਵੀ ਟਾਲ ਨਹੀਂ ਸਕਦਾ, ਮਿਟਾ ਨਹੀਂ ਸਕਦਾ। ਇਹਦੇ ਕਰਮਾਂ ਦੇ ਅਨੁਸਾਰ ਉਹ ਦੁੱਖ ਅਤੇ ਸੁੱਖ ਜ਼ਿੰਦਗੀ ਦੇ ਵਿੱਚ ਆਉਂਦੇ ਹੀ ਆਉਂਦੇ ਹਨ। ਫਿਰ ਗੁਰੂ ਕੇ ਪਾਸ ਅਰਦਾਸ ਕਰਨੀ, ਬੇਨਤੀ ਕਰਨੀ, ਇਸ ਦਾ ਕੀ ਮਤਲਬ ਹੋਇਆ। ਸਤਿਗੁਰੂ ਮਹਾਰਾਜ ਜੀ ਇਸ ਦਾ ਸਵਾਲ ਸੁਣ ਕੇ, ਇਸ ਦੀ ਬੇਨਤੀ ਸੁਣ ਕੇ ਮੁਸਕਰਾਉਂਦੇ ਹਨ ਅਤੇ ਕਹਿੰਦੇ ਹਨ, ਕਾਜੀ ਸਾਹਿਬ, ਤੁਹਾਨੂੰ ਅੱਛੀ ਤਰ੍ਹਾਂ ਇਸ ਗੱਲ ਦੀ ਬਾਬਤ ਦੱਸਿਆ ਜਾਵੇਗਾ। ਤੁਸੀਂ ਬੜਾ ਸੋਹਣਾ ਸਵਾਲ ਕੀਤਾ ਹੈ। ਹੋਰ ਵੀ ਕਈਆਂ ਦੇ ਮਨਾਂ ਦੇ ਵਿੱਚ ਇਸ ਤਰ੍ਹਾਂ ਦੇ ਵਿਚਾਰ ਆ ਸਕਦੇ ਹਨ। ਅੱਜ ਇਹ ਖੋਲ੍ਹ ਕੇ ਦੱਸ ਦਿੰਦੇ ਹਾਂ ਤਾਂ ਕਿ ਸਭਨਾਂ ਨੂੰ ਪਤਾ ਚੱਲ ਜਾਵੇ। ਤਾਂ ਸਤਿਗੁਰਾਂ ਨੇ ਦੱਸਣਾ ਕੀਤਾ, ਉਸ ਕਾਜੀ ਨੂੰ ਇੱਕ ਮੋਹਰ ਦਿਖਾਈ ਔਰ ਇਸ ਦੇ ਉੱਪਰ ਜੋ ਪੁੱਠੇ ਅੱਖਰ, ਉਲਟੇ ਅੱਖਰ ਲਿਖੇ ਹੋਏ ਸਨ, ਉਹਨਾਂ ਨੂੰ ਦਿਖਾਇਆ। ਸਤਿਗੁਰੂ ਕਹਿਣ ਲੱਗੇ, ਦੇਖੋ ਇਹਨਾਂ ਮੋਹਰਾਂ ਦੇ ਉੱਪਰ ਪੁੱਠੇ ਅੱਖਰ ਲਿਖੇ ਹੋਏ ਹਨ, ਜਿਨ੍ਹਾਂ ਉਲਟੇ ਅੱਖਰਾਂ ਦੇ ਨਾਲ ਕੋਈ ਵੀ ਕਾਰਜ ਸਵਰਦਾ ਨਹੀਂ ਹੈ। ਅਤੇ ਇਸ ਮੋਹਰ ਨੂੰ ਸ਼ਾਹੀ ਦੇ ਨਾਲ ਲਵੇੜ ਕੇ ਕਾਗਜ਼ ਦੇ ਉੱਪਰ ਲਗਾਈ ਗਈ। ਤਾਂ ਸਤਿਗੁਰੂ ਕਹਿਣ ਲੱਗੇ, ਦੇਖੋ ਹੁਣ ਉਹੀ ਅੱਖਰ ਉਲਟ ਕੇ ਸਿੱਧੇ ਹੋ ਗਏ ਹਨ। ਔਰ ਇਸੇ ਤਰ੍ਹਾਂ ਜਦ ਗੁਰਸਿੱਖ ਸ਼ਰਧਾ ਭਾਵਨਾ ਰੂਪੀ ਸ਼ਾਹੀ ਦੇ ਨਾਲ ਆਪਣਾ ਮਸਤਕ ਗੁਰੂ ਕੇ ਚਰਨਾਂ 'ਤੇ ਟੇਕਦਾ ਹੈ ਨਾ, ਇਸ ਦੇ ਮਸਤਕ ਦੇ ਜੋ ਬੁਰੇ ਕਰਮ ਲਿਖੇ ਹੋਏ ਹੁੰਦੇ ਹਨ ਉਹ ਉਲਟ ਕੇ ਸਿੱਧੇ ਹੋ ਜਾਂਦੇ ਹਨ। ਜਾਣੇ ਪਿਛਲੇ ਜਨਮਾਂ ਦੇ ਕੋਈ ਮਾੜੇ ਕਰਮ ਕੀਤੇ ਹੋਏ, ਉਹਦਾ ਫਲ ਇਸ ਨੂੰ ਭੋਗਣਾ ਹੁੰਦਾ ਹੈ, ਮਿਲਣਾ ਹੁੰਦਾ ਹੈ। ਉਹ ਜਦ ਗੁਰੂ ਕੇ ਚਰਨਾਂ 'ਤੇ ਆ ਕੇ ਮੱਥਾ ਟੇਕਦਾ ਹੈ ਤਾਂ ਇਸ ਦੇ ਉਹ ਪੁੱਠੇ ਲੇਖ ਸਿੱਧੇ ਹੋ ਜਾਂਦੇ ਹਨ। ਅਪੁਸ਼ਟ ਬਾਤ ਤੇ ਭਈ ਸੀਦਰੀ ਦੂਤ ਦੁਸ਼ਟ ਸਜਨਈ, ਅੰਧਕਾਰ ਮਹਿ ਰਤਨ ਪ੍ਰਗਾਸਿਓ ਮਲੀਨ ਬੁੱਧ ਹਛ ਨਈ। ਇਸ ਦੇ ਮਾੜੇ ਕਰਮ ਉਲਟ ਕੇ ਸਿੱਧੇ ਹੋ ਜਾਂਦੇ ਹਨ, ਜਾਣੇ ਦੁੱਖਾਂ ਦੇ ਸੁੱਖ ਬਣ ਜਾਂਦੇ ਹਨ। ਸਤਿਗੁਰਾਂ ਇਹ ਇਸ ਨੂੰ ਸਮਝਾਉਣਾ ਕੀਤਾ। ਤਾਂ ਤੇ ਫਿਰ ਸਤਿਗੁਰਾਂ ਦੇ ਪਾਸ ਬੇਨਤੀ ਕਰਦੇ ਹਨ
ਤੇ ਸਤਿਗੁਰੂ ਮਹਾਰਾਜ ਜ਼ਰੂਰ ਆਪਣੇ ਗੁਰਸਿੱਖਾਂ 'ਤੇ ਮਿਹਰ ਕਰਕੇ ਉਹਨਾਂ ਦੇ ਦੁੱਖੜੇ ਦੂਰ ਕਰ ਦਿੰਦੇ ਹਨ। ਜਿਸ ਤਰ੍ਹਾਂ ਮੈਲੇ ਕੱਪੜੇ ਦੇ ਵਿੱਚੋਂ ਮੈਲ ਕੱਢੀ ਜਾ ਸਕਦੀ ਹੈ ਜੇਕਰ ਕੋਈ ਯਤਨ ਕੀਤਾ ਜਾਵੇ, ਜੇ ਯਤਨ ਨਾ ਕੀਤਾ ਜਾਵੇ ਤਾਂ ਉਹ ਮੈਲੇ ਕੱਪੜੇ 'ਚੋਂ ਮੈਲ ਨਹੀਂ ਨਿਕਲ ਸਕਦੀ। ਇਸੇ ਤਰ੍ਹਾਂ ਜੀਵ ਦੇ ਭਾਗ ਹਨ, ਜੀਵ ਦੇ ਲੇਖ ਹਨ, ਭਾਵੇਂ ਇਹ ਵਿਧਾਤਾ ਦੇ ਲਿਖੇ ਹੋਏ ਹਨ, ਪਰ ਫਿਰ ਵੀ ਜੇਕਰ ਕੋਈ ਯਤਨ ਕੀਤਾ ਜਾਵੇ ਤੇ ਇਹਨਾਂ ਲੇਖਾਂ ਨੂੰ ਮਿਟਾਇਆ ਜਾ ਸਕਦਾ ਹੈ, ਬਦਲਿਆ ਜਾ ਸਕਦਾ ਹੈ, ਧੋਤਾ ਜਾ ਸਕਦਾ ਹੈ। ਜਿਸ ਤਰ੍ਹਾਂ ਕੱਪੜੇ ਨੂੰ ਧੋਤਾ ਜਾ ਸਕਦਾ ਹੈ ਨਾ, ਤੇ ਜੀਵ ਦੇ ਮਾੜੇ ਲੇਖਾਂ ਨੂੰ ਵੀ ਧੋਤਾ ਜਾ ਸਕਦਾ ਹੈ। ਸੇਵਾ ਕਰਕੇ, ਸਿਮਰਨ ਕਰਕੇ, ਗੁਰਬਾਣੀ ਪੜ੍ਹ ਕੇ, ਗੁਰਬਾਣੀ ਸਰਵਣ ਕਰਕੇ, ਸੁਣ ਕੇ। ਜਦ ਸਤਿਗੁਰਾਂ ਇਸ ਤਰ੍ਹਾਂ ਦਾ ਇਸ ਕਾਜੀ ਦੇ ਸਵਾਲ ਦਾ ਜਵਾਬ ਦਿੱਤਾ ਤਾਂ ਇਹ ਕਾਜੀ ਸੁਣ ਕੇ ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ। ਵਾਰ-ਵਾਰ ਕਹਿਣ ਲੱਗਿਆ, ਸੱਚੇ ਪਾਤਸ਼ਾਹ, ਇਸ ਤਰ੍ਹਾਂ ਦਾ ਇਸ ਸਵਾਲ ਦਾ ਜਵਾਬ ਤੁਸੀਂ ਦਿੱਤਾ, ਮੈਂ ਇਹ ਸਮਝਦਾ ਹਾਂ ਕਿ ਹੋਰ ਕੋਈ ਇਸ ਤਰ੍ਹਾਂ ਸ਼ੰਕਾ ਦੂਰ ਕਰਨ ਨੂੰ ਸਮਰੱਥ ਨਹੀਂ ਹੋ ਸਕਦਾ। ਤੁਸੀਂ ਬੜੇ ਚੰਗੇ ਸੋਹਣੇ ਤਰੀਕੇ ਦੇ ਨਾਲ ਮੇਰੇ ਸਵਾਲ ਦਾ ਜਵਾਬ ਦਿੱਤਾ, ਜੋ ਮੈਨੂੰ ਅੱਛੀ ਤਰ੍ਹਾਂ ਪਤਾ ਚੱਲ ਗਿਆ ਹੈ। ਇਹ ਕਾਜੀ ਬਹੁਤ ਖੁਸ਼ ਹੋਇਆ, ਪ੍ਰਸੰਨ ਹੋਇਆ। ਹੋਰ ਵੀ ਸਿੱਖ ਸੰਗਤਾਂ ਨੂੰ ਇਸ ਅਸਲੀਅਤ ਦੇ ਬਾਰੇ ਪਤਾ ਚੱਲਿਆ ਤਾਂ ਆਖਰਕਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਾਫੀ ਸਮਾਂ ਸਿੱਖ ਸੰਗਤਾਂ ਦੇ ਵਿੱਚ ਵਚਨ ਵਿਲਾਸ ਕਰਨ ਤੋਂ ਬਾਅਦ ਇਸ ਦੀਵਾਨ ਦੇ ਵਿੱਚੋਂ ਉੱਠ ਖੜ੍ਹਦੇ ਹਨ, ਆਪਣੇ ਮਹਿਲਾਂ ਨੂੰ ਚਲੇ ਜਾਂਦੇ ਹਨ। ਹੋਰ ਸਿੱਖ ਸੰਗਤਾਂ ਆਪੋ ਆਪਣੇ ਸਥਾਨਾਂ 'ਤੇ ਇੱਧਰ ਉੱਧਰ ਜਾਂਦੇ ਹਨ। ਸਤਿਗੁਰੂ ਵੀ ਰਾਤ ਦੇ ਸਮੇਂ ਭੋਜਨ ਪਾਣੀ ਛਕ ਕੇ ਕੁਛ ਆਰਾਮ ਕਰਦੇ ਹਨ, ਸਿੱਖ ਸੰਗਤਾਂ ਵੀ ਪ੍ਰਸ਼ਾਦਾ ਪਾਣੀ ਛਕਦੇ ਹਨ। ਸਤਿਗੁਰੂ ਆਪਣੇ ਨਿਤ ਦੇ ਨਿਯਮ ਦੇ ਅਨੁਸਾਰ ਅੰਮ੍ਰਿਤ ਵੇਲੇ ਸਾਵਧਾਨ ਹੁੰਦੇ ਹਨ। ਇਸ਼ਨਾਨ ਪਾਣ ਕਰਨ ਤੋਂ ਬਾਅਦ ਆਪਣੇ ਸੋਏ ਸਰੂਪ ਦੇ ਧਿਆਨ ਦੇ ਵਿੱਚ ਜੁੜ ਜਾਂਦੇ ਹਨ। ਇਤਿਹਾਦਕ ਪ੍ਰਸੰਗ ਪਿੱਛੇ ਆਇਆ। ਅੱਗੇ ਜਿਸ ਪ੍ਰਕਾਰ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ, ਆਲਸ ਤੋਂ ਰਹਿਤ ਹੋ ਕੇ ਪ੍ਰੇਮ ਦੇ ਨਾਲ ਸਰਵਣ ਕਰੋ। ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਦੋਹਰਾ। ਭਈ ਪ੍ਰਾਤ ਸਤਿਗੁਰ ਤਬੈ ਸ਼ਸਤਰ ਬਸਤਰ ਕੋ ਪਾਏ। ਰੋਜ਼ ਦੇ ਨਿਤ ਨੇਮ ਦੇ ਅਨੁਸਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਵੇਲੇ ਸਾਵਧਾਨ ਹੁੰਦੇ ਹਨ। ਇਸ਼ਨਾਨ ਪਾਣ ਕਰਨ ਤੋਂ ਬਾਅਦ ਆਪਣੇ ਸੋਏ ਸਰੂਪ ਦੇ ਧਿਆਨ ਦੇ ਵਿੱਚ ਜੁੜ ਜਾਂਦੇ ਹਨ। ਇਸ ਤੋਂ ਬਾਅਦ ਆਪਣੇ ਸਰੀਰ ਉੱਠ ਕੇ ਆਪਣੇ ਸਰੀਰ ਦੇ ਉੱਪਰ ਯੋਧੇ ਸੂਰਮਿਆਂ ਵਾਲੇ ਸ਼ਸਤਰ ਵਸਤਰ ਧਾਰਨ ਕਰਦੇ ਹਨ। ਅਲੰਕਾਰ ਦੀਪਤ ਰਤਨ ਸੁੰਦਰ ਰੂਪ ਸੁਹਾਏ। ਸਤਿਗੁਰੂ ਮਹਾਰਾਜ ਜੀਆਂ ਨੇ ਸੋਹਣੇ ਸ਼ਸਤਰ ਵਸਤਰ ਯੋਧੇ ਸੂਰਮਿਆਂ ਵਾਲੇ ਧਾਰਨ ਕੀਤੇ ਔਰ ਜਿਨ੍ਹਾਂ ਦੇ ਸੰਯੁਕਤ ਹੋ ਕੇ ਸਤਿਗੁਰੂ ਬੜੇ ਸ਼ੋਭਾ ਪਾ ਰਹੇ ਹਨ। ਚੌਪਈ ਸਭਾ ਸਥਾਨ ਆਨ ਗੁਰ ਪੂਰੇ। ਫਿਰ ਸਮੇਂ ਦੇ ਅਨੁਸਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਦੀਵਾਨ ਵਾਲੀ ਜਗ੍ਹਾ ਤੇ ਆ ਜਾਂਦੇ ਹਨ। ਸੁਨ ਕਰ ਪਹੁੰਚੇ ਸਿੰਘ ਹਜੂਰੇ। ਜਿੱਥੇ ਬਹੁਤ ਸਾਰੀਆਂ ਸਿੱਖ ਸੰਗਤਾਂ ਪਹਿਲਾਂ ਹੀ ਜੁੜ ਕੇ ਬੈਠੇ ਹੋਏ ਸਨ, ਸਤਿਗੁਰੂ ਦੀਵਾਨ ਦੇ ਵਿੱਚ ਪਹੁੰਚਦੇ ਹਨ ਤੇ ਹੋਰ ਵੀ ਇੱਧਰੋਂ ਉੱਧਰੋਂ ਸਿੱਖ ਸੰਗਤਾਂ ਨੂੰ ਪਤਾ ਚੱਲਿਆ, ਸਭ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਣੇ ਸ਼ੁਰੂ ਹੋ ਜਾਂਦੇ ਹਨ। ਸਿਰ ਨਰਮੀ ਕਰ ਦਰਸ਼ਨ ਚਿਤੇ। ਆਉਣ ਵਾਲੇ ਸਿੱਖ ਸਾਧ ਸੰਗਤ ਜਿੰਨੇ ਵੀ ਯੋਧੇ ਸੂਰਮੇ ਸੀ, ਸਾਰੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰਾਂ ਕਰਦੇ ਹਨ। ਵਾਹਿਗੁਰੂ ਜੀ ਕੀ ਕਹਿ ਫਤਿਹ। ਔਰ ਸਤਿਗੁਰਾਂ ਦੇ ਪਾਸ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਹਨ। ਲਗਿਓ ਦੀਵਾਨ ਖਾਲਸਾ ਆਇਓ। ਔਰ ਸਤਿਗੁਰਾਂ ਦੇ ਦੀਵਾਨ ਦੇ ਵਿੱਚ ਸਿੱਖ ਸੰਗਤਾਂ ਦਾ ਬੜਾ ਇਕੱਠ ਹੋ ਜਾਂਦਾ ਹੈ। ਸੁਰਗਨ ਮੈਂ ਜਿਮ ਇੰਦਰ ਸੁਹਾਇਓ। ਸਤਿਗੁਰੂ ਮਹਾਰਾਜ ਜੀਆਂ ਦੀ ਸ਼ੋਭਾ ਇਸ ਤਰ੍ਹਾਂ ਹੋ ਰਹੀ ਹੈ ਜਿਸ ਤਰ੍ਹਾਂ ਇੰਦਰ ਦੇਵਤਿਆਂ ਦੇ ਵਿੱਚ ਬੈਠਾ ਸ਼ੋਭਾ ਪਾਉਂਦਾ ਹੈ। ਜੋ ਸੰਗਤ ਦਰਸ਼ਨ ਹਿਤ ਆਈ। ਜੋ ਵੀ ਸਿੱਖ ਸੰਗਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਦੇ ਵਾਸਤੇ ਪਹੁੰਚੇ ਸਨ। ਕਰ ਕਰ ਨਮੋ ਥਿਰੇ ਸਮਦਾਈ। ਸਾਰੇ ਨਮਸਕਾਰ ਕਰ ਕਰਕੇ ਆਪੋ ਆਪਣੀ ਬਾਰੀ ਦੇ ਅਨੁਸਾਰ
ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸੁਭਾਏਮਾਨ ਹੁੰਦੇ ਹਨ। ਇਕ ਟਕ ਹਿਰਤ ਹੈ ਨਰ ਨਾਰੀ, ਸਭ ਪ੍ਰੇਮੀ ਸਤਿਗੁਰੂ ਮਹਾਰਾਜ ਜੀਆਂ ਦਾ ਦਰਸ਼ਨ ਇੱਕ ਟਕ ਲਗਾ ਕੇ ਦੇਖ ਰਹੇ ਹਨ। ਸਿਰ ਪਰ ਟੁਰੇ ਚੌਰ ਬੋ ਭਾਰੀ, ਸਤਿਗੁਰਾਂ ਦੇ ਸੀਸ ਦੇ ਉੱਪਰ ਚਿੱਟੇ ਰੰਗ ਦਾ ਬੜਾ ਸੋਹਣਾ ਚੌਰ ਝੁੱਲ ਰਿਹਾ ਹੈ। ਚੌਂਦਿਸ ਦੂਰ ਦੂਰ ਲਗ ਬੈਸੇ, ਔਰ ਸਿੱਖ ਸੰਗਤਾਂ ਦੂਰ ਦੂਰ ਤੱਕ ਬੈਠੇ ਸਤਿਗੁਰੂ ਮਹਾਰਾਜ ਜੀਆਂ ਦਾ ਦਰਸ਼ਨ ਕਰਦੇ ਹਨ। ਉੱਚੇ ਧੁਨ ਬੋਲੇ ਪ੍ਰਭ ਐਸੇ, ਤਾਂ ਜਦ ਇਸ ਤਰ੍ਹਾਂ ਸਤਿਗੁਰਾਂ ਦਾ ਦੀਵਾਨ ਸਜ ਜਾਂਦਾ ਹੈ ਤਾਂ ਸਤਿਗੁਰੂ ਇੱਕ ਉੱਚੀ ਆਵਾਜ਼ ਦੇ ਵਿੱਚ ਸਿੱਖ ਸੰਗਤਾਂ ਨੂੰ ਕਹਿੰਦੇ ਹਨ, ਅਸ ਇਸਤਰੀ ਕੋ ਸੰਗਤ ਮਾਹੀ। ਇਸ ਦੀਵਾਨ ਦੇ ਵਿੱਚ ਸਤਿਗੁਰੂ ਕਹਿੰਦੇ ਹਨ ਕਿ ਭਾਈ ਮਾਈ ਭਾਈ ਜਿਤਨੇ ਵੀ ਸਿੱਖ ਸੰਗਤਾਂ ਇਕੱਤਰ ਹੋਏ ਹਨ, ਔਰ ਜਿਸ ਪਾਸੇ ਮਾਈ ਲੋਕ ਬੈਠੇ ਹਨ, ਇਹਨਾਂ ਮਾਈਆਂ ਵੱਲ ਇਸ਼ਾਰਾ ਕਰਕੇ ਕਹਿੰਦੇ ਹਨ ਕਿ ਮਾਈਆਂ ਦੇ ਵਿੱਚੋਂ ਕੋਈ ਐਸੀ ਵੀ ਮਾਈ, ਐਸੀ ਵੀ ਇਸਤਰੀ ਹੈ ਮਰਦ ਨਹੀਂ ਫਿਟਕਾਰਿਓ ਜਾਹੀ, ਜਿਸ ਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਮਰਦ ਨੂੰ ਫਿਟਕਾਰ ਨਾ ਪਾਈ ਹੋਵੇ। ਇਸ ਤਰ੍ਹਾਂ ਦੀ ਕੋਈ ਇਸਤਰੀ, ਕੋਈ ਮਾਈ ਇਸ ਦੀਵਾਨ ਦੇ ਵਿੱਚ ਹੋਵੇ ਤਾਂ ਦੱਸਣਾ ਕਰੇ। ਛੋਟਾ ਵੱਡਾ ਹੋਏ ਬੈ ਕੋਈ, ਮਰਦ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ, ਭਾਵੇਂ ਕੋਈ ਬਾਲਕ ਅਵਸਥਾ ਦੇ ਵਿੱਚ ਵੀ ਹੋਵੇ, ਪਰ ਉਸਨੇ ਫਿਟਕਾਰ ਨਾ ਪਾਈ ਹੋਵੇ, ਉਹ ਮਾਈ ਇਸਤਰੀ ਇਸ ਦੀਵਾਨ ਦੇ ਵਿੱਚ ਉੱਠ ਜਾਵੇ। ਹਿਰਦੇ ਸੁਮਤ ਤਰਕਿਓ ਨਾ ਜੋਈ, ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਜਦ ਇਸ ਤਰ੍ਹਾਂ ਦਾ ਬਚਨ ਕੀਤਾ, ਸੰਗਤ ਬਿਖੈ ਸਿੱਖਣੀ ਜੇਤੀ, ਤਾਂ ਸਿੱਖ ਸੰਗਤਾਂ ਦੇ ਵਿੱਚ ਜਿੰਨੇ ਵੀ ਸਿੱਖ ਸੰਗਤਾਂ ਅਤੇ ਸਿੱਖਣੀਆਂ ਬੈਠੀਆਂ ਸਨ, ਗੁਰੂ ਬਾਗ ਸੁਨ ਤੂਸ਼ਨ ਤੇਤੀ, ਤਾਂ ਸਤਿਗੁਰਾਂ ਦਾ ਇਸ ਤਰ੍ਹਾਂ ਦਾ ਬਚਨ ਸੁਣ ਕੇ ਸਭ ਦੇ ਸਭ ਤੂਸ਼ਨ ਹੋ ਜਾਂਦੇ ਹਨ, ਮਤਲਬ ਚੁੱਪ ਹੋ ਜਾਂਦੇ ਹਨ। ਕੋਈ ਵੀ ਇਸ ਦੀਵਾਨ ਦੇ ਵਿੱਚ ਬੋਲਦਾ ਨਹੀਂ ਹੈ। ਕਰ ਜੋਰੇ ਇੱਕ ਸਿੱਖ ਕੀ ਤਨੀਆ, ਤਾਂ ਥੋੜੇ ਸਮੇਂ ਤੋਂ ਬਾਅਦ ਇੱਕ ਗੁਰਸਿੱਖ ਦੀ ਲੜਕੀ ਉਹ ਹੱਥ ਜੋੜ ਕੇ ਦੀਵਾਨ ਦੇ ਵਿੱਚ ਖੜੀ ਹੋ ਜਾਂਦੀ ਹੈ। ਖਰੀ ਹੋਏ ਸਭ ਮੈਂ ਬਚਪਨੀਆ, ਔਰ ਸਭ ਸਿੱਖ ਸੰਗਤਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀਆਂ ਦੇ ਨਾਲ ਬਚਨ ਵਿਲਾਸ ਕਰਦੀ ਹੈ। ਸੱਚੇ ਪਾਤਸ਼ਾਹ ਮੈਂ ਦੀਨ, ਤਾਂ ਇਸ ਲੜਕੀ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਮੈਂ ਬੜੀ ਦੀਨ ਹਾਂ, ਬੜੀ ਗਰੀਬਣੀ ਹਾਂ, ਮਰਦ ਨ ਕਬ ਫਟਕਾਰਨ ਕੀਨ। ਔਰ ਜਿਸ ਤਰ੍ਹਾਂ ਤੁਸੀਂ ਬਚਨ ਕੀਤਾ ਹੈ ਨਾ, ਉਸ ਤਰ੍ਹਾਂ ਮੈਂ ਆਪਣੇ ਜੀਵਨ ਦੇ ਵਿੱਚ ਇਹ ਨਿਯਮ ਧਾਰ ਕੇ ਰੱਖਿਆ ਹੈ ਕਿ ਆਪਣੇ ਪੂਰੇ ਜੀਵਨ ਦੇ ਵਿੱਚ ਕਦੇ ਵੀ ਕਿਸੇ ਮਰਦ ਨੂੰ ਫਿਟਕਾਰ ਨਹੀਂ ਪਾਈ। ਆਪਣਾ ਪੁੱਤਰ ਨਾ ਚਿਰਕਿਓ ਕਬਹੀ, ਹੋਰ ਤੇ ਕੀ ਕਹਿਣ ਲੱਗੀ, ਮੈਂ ਆਪਣੇ ਛੋਟੇ ਜਿਹੇ ਪੁੱਤਰ ਨੂੰ, ਉਸ ਨੂੰ ਵੀ ਕਦੇ ਫਿਟਕਾਰ ਨਹੀਂ ਪਾਈ, ਉਸ ਨੂੰ ਵੀ ਕਦੇ ਝਿੜਕਿਆ ਨਹੀਂ ਹੈ। ਜਾਤ ਮਰਦ ਕੀ ਲਕ ਵੱਡ ਸਭ ਹੀ, ਔਰ ਮੈਂ ਇਹ ਸਮਝਦੀ ਸੀ ਕਿ ਜਿਤਨੇ ਵੀ ਮਰਦ ਹਨ ਸਭ ਵੱਡੇ ਉੱਚੇ ਸਥਾਨ ਤੇ ਹਨ। ਤਬ ਕਲਗੀਧਰ ਬਾਗ ਬਖਾਨੇ, ਤਾਂ ਇਸ ਬੀਬੀ ਦੀ ਬੇਨਤੀ ਸੁਣ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਿਰ ਵਚਨ ਕਰਦੇ ਹਨ, ਸਾਧ ਸਾਧ ਤਉ ਜੇ ਇਮ ਜਾਣੇ। ਤਾਂ ਸਤਿਗੁਰੂ ਮਹਾਰਾਜ ਜੀਆਂ ਨੇ ਸ਼ਾਬਾਸ਼ ਸ਼ਾਬਾਸ਼ ਕਿਹਾ ਕਿ ਤੁਹਾਨੂੰ ਬੜੀ ਸ਼ਾਬਾਸ਼ ਹੈ, ਤੁਸੀਂ ਬੜਾ ਅੱਛਾ ਕੀਤਾ ਹੈ। ਤਉ ਜੇ ਸਿੱਖ ਸੰਗਤ ਇਨ ਚੀਤ, ਪਰ ਸਤਿਗੁਰੂ ਕਹਿਣ ਲੱਗੇ ਕਿ ਦੇਖੋ ਫਿਰ ਵੀ ਜੋ ਜਿੰਨੀਆਂ ਸਿੱਖ ਸੰਗਤਾਂ ਹਨ, ਇਹਨਾਂ ਦੇ ਮਨ ਦੇ ਵਿੱਚ ਕਿਸ ਤਰ੍ਹਾਂ ਇਸ ਗੱਲ ਦੀ ਪ੍ਰਤੀਤ ਆਵੇਗੀ। ਸਭ ਕੋ ਹੋਏ ਕਿਸ ਰੀਤ ਪ੍ਰਤੀਤ, ਸਤਿਗੁਰੂ ਕਹਿਣ ਲੱਗੇ ਵੀ ਤੁਹਾਡੀ ਬੜੀ ਅੱਛੀ ਗੱਲ ਹੈ ਕਿ ਕਦੇ ਕਿਸੇ ਮਰਦ ਨੂੰ ਫਿਟਕਾਰ ਨਹੀਂ ਪਾਈ ਆਪਣੇ ਪੂਰੇ ਜੀਵਨ ਦੇ ਵਿੱਚ। ਤੁਸੀਂ ਇਹ ਸਾਡੇ ਬਚਨਾਂ ਦੇ ਅਨੁਸਾਰ ਦੱਸ ਦਿੱਤਾ ਹੈ, ਪਰ ਜੋ ਹੋਰ ਸਿੱਖ ਸੰਗਤਾਂ ਦੀਵਾਨ ਦੇ ਵਿੱਚ ਬੈਠੇ ਹਨ, ਇਹਨਾਂ ਨੂੰ ਕਿਵੇਂ ਇਸ ਗੱਲ ਦੀ ਪ੍ਰਤੀਤ ਆਵੇ ਕਿ ਇਹ ਗੱਲ ਸੱਚੀ ਦੱਸ ਰਹੀ ਹੈ। ਭਾਗਣ ਨਾਮ ਤਰਿਆ ਤਬ ਕਹਿਓ, ਇਸ ਲੜਕੀ ਦਾ, ਇਸ ਬੀਬੀ ਦਾ ਨਾਮ ਭਾਗਣ ਕਰਕੇ ਸੀ। ਭਾਗਣ ਨਾਮ ਦੀ ਇਹ ਬੀਬੀ ਉਸ ਟਾਈਮ ਸਤਿਗੁਰਾਂ ਦੇ ਪਾਸ ਬੇਨਤੀ ਕਰਦੀ ਹੈ, ਮਹਾਰਾਜ ਸੁਣੀਏ ਜਿਮ ਚਾਹਿਓ। ਤਾਂ ਬੇਨਤੀ ਕੀਤੀ, ਸੱਚੇ ਪਾਤਸ਼ਾਹ
ਜਿਸ ਤਰ੍ਹਾਂ ਆਪ ਜੀਆਂ ਦਾ ਹੁਕਮ ਹੈ ਮੈਂ ਉਸੇ ਤਰ੍ਹਾਂ ਹੀ ਦੱਸ ਦਿੰਦੀ ਹਾਂ। ਬਸ ਆਗਰੇ ਨਗਰ ਮਹਾਨ। ਇਸਨੇ ਸਾਰੀ ਵਾਰਤਾ ਦੱਸੀ ਕਿ ਸੱਚੇ ਪਾਤਸ਼ਾਹ ਅਸੀਂ ਆਗਰੇ ਸ਼ਹਿਰ ਦੇ ਵਿੱਚ ਰਿਹਾ ਕਰਦੇ ਸੀ। ਪਾਤਸ਼ਾਹ ਮਮ ਪਿਤਾ ਦੀਵਾਨ। ਜੋ ਮੇਰਾ ਪਿਤਾ ਸੀ ਉਹ ਬਾਦਸ਼ਾਹ ਦਾ ਦੀਵਾਨ ਸੀ, ਦੀਵਾਨੀ ਦੇ ਅਹੁਦੇ ਤੇ ਲੱਗਿਆ ਹੋਇਆ ਸੀ। ਸਭ ਪਰ ਹੁਕਮ ਦਰਬ ਬਹੁ ਆਵੇ। ਤੇ ਪਰਜਾ ਦੇ ਉੱਪਰ ਉਸ ਦਾ ਬਹੁਤ ਸਾਰਾ ਹੁਕਮ ਚੱਲਦਾ ਸੀ। ਸਰਵਕਾਰ ਸਰਕਾਰ ਚਲਾਵੇ। ਉਹ ਸਾਰੇ ਕਾਰਜਾਂ ਦੇ ਸਰਕਾਰੀ ਕਾਰਜ ਕਰਦੇ ਅਤੇ ਸਾਡੇ ਘਰ ਦੇ ਵਿੱਚ ਬਹੁਤ ਸਾਰਾ ਧਨ ਦੌਲਤ ਆਉਂਦਾ। ਜਾਣੇ ਉਹ ਚੰਗੀ ਨੌਕਰੀ ਦੇ ਉੱਪਰ ਲੱਗਿਆ ਸੀ। ਉਹ ਬਾਦਸ਼ਾਹ ਦਾ ਦੀਵਾਨ ਥਾਪਿਆ ਹੋਇਆ ਸੀ, ਸਰਕਾਰੀ ਕਾਰਜ ਕੰਮਾਂ ਦੇ ਵਿੱਚ ਲੱਗਿਆ ਰਹਿੰਦਾ ਔਰ ਘਰ ਦੇ ਵਿੱਚ ਬਹੁਤ ਸਾਰਾ ਧਨ ਦੌਲਤ ਆਉਂਦਾ ਰਹਿੰਦਾ ਸੀ। ਚਿਰੰਕਾਲਗ ਕਾਰਜ ਕਰਿਓ। ਤਾਂ ਲੰਮੇ ਸਮੇਂ ਤੱਕ ਉਹ ਬੀਬੀ ਨੇ ਦੱਸਿਆ ਕਿ ਇਸੇ ਤਰ੍ਹਾਂ ਸਾਡੇ ਘਰ ਪਰਿਵਾਰ ਦਾ ਕਾਰਜ ਕੰਮ ਚੱਲਦਾ ਰਿਹਾ। ਸਮਾ ਪੂਜਿਓ ਮੋਰੋ ਪਿਤ ਮਰਿਓ। ਤਾਂ ਉਸਨੇ ਦੱਸਿਆ ਕਿ ਸੱਚੇ ਪਾਤਸ਼ਾਹ ਉਸ ਤੋਂ ਬਾਅਦ ਕਾਫੀ ਲੰਮਾ ਸਮਾਂ ਤਾਂ ਇਸੇ ਤਰ੍ਹਾਂ ਕਾਰਜ ਚੱਲਦਾ ਰਿਹਾ, ਕੰਮ ਚੱਲਦਾ ਰਿਹਾ, ਪਰ ਸਮਾਂ ਆਉਣ 'ਤੇ ਮੇਰੇ ਪਿਤਾ ਦੀ ਮ੍ਰਿਤੂ ਹੋ ਗਈ। ਉਸਨੇ ਇਹ ਦੱਸਿਆ ਕਿ ਜਿਸ ਟਾਈਮ ਮੇਰੇ ਪਿਤਾ ਦੀ ਮ੍ਰਿਤੂ ਹੋ ਜਾਂਦੀ ਹੈ, ਪਾਤਸ਼ਾਹ ਨੇ ਜਬ ਹੀ ਸੁਨਿਓ। ਤਾਂ ਜਦ ਬਾਦਸ਼ਾਹ ਨੂੰ ਇਸ ਗੱਲ ਦਾ ਪਤਾ ਚੱਲ ਜਾਂਦਾ ਹੈ, ਨਿਜ ਲੋਕਨ ਸੋ ਤਤ ਛਿਨ ਭਨਿਓ। ਤਾਂ ਉਹ ਆਪਣੇ ਆਦਮੀਆਂ ਨੂੰ ਉਸੇ ਟਾਈਮ ਹੁਕਮ ਦੇ ਦਿੰਦਾ ਹੈ। ਚੌਂਕੀ ਦਿਓ ਬਿਠਾਏ ਤਿਸ ਦੁਆਰੇ। ਤਾਂ ਬਾਦਸ਼ਾਹ ਨੇ ਉਸੇ ਟਾਈਮ ਹੁਕਮ ਦੇ ਦਿੱਤਾ ਕਿ ਜੋ ਫਲਾਨਾ ਦੀਵਾਨ ਹੈ ਉਹ ਮ੍ਰਿਤੂ ਹੋ ਗਿਆ ਹੈ, ਸਰੀਰ ਛੱਡ ਗਿਆ ਹੈ, ਔਰ ਚੌਂਕੀ ਉਸ ਸਥਾਨ 'ਤੇ ਉਹਦੇ ਘਰ ਦੇ ਅੱਗੇ ਪਹੁੰਚ ਜਾਵੇ। ਬਹੁਤ ਸਾਰੀ ਫੌਜ, ਬਹੁਤ ਸਾਰੀ ਪੁਲਿਸ ਉਸ ਬੱਚੀ ਨੇ ਦੱਸਿਆ ਕਿ ਸਾਡੇ ਘਰ ਦੇ ਵਿੱਚ ਪਹੁੰਚ ਜਾਂਦੀ ਹੈ। ਵਸਤ ਸਮਾਰੋ ਪਹਿਰੋ ਤਾਰੇ। ਬਾਦਸ਼ਾਹ ਨੇ ਇਹ ਕਿਹਾ ਸੀ ਕਿ ਉਸ ਦੀਵਾਨ ਦੀਆਂ ਜਿੰਨੀਆਂ ਵੀ ਕੀਮਤੀ ਵਸਤੂਆਂ ਹਨ ਸਾਰਿਆਂ ਨੂੰ ਇੱਕ ਜਗ੍ਹਾ ਇਕੱਠੀਆਂ ਕਰਕੇ ਜਿੰਦੇ ਲਾ ਦਿੱਤੇ ਜਾਣ। ਤਿਸ ਕੇ ਪੁੱਤਰ ਹੋਏ ਜੇ ਕੋਈ। ਫਿਰ ਜਦ ਕੀਮਤੀ ਵਸਤੂਆਂ ਸਾਂਭ ਲਈਆਂ ਜਾਣ ਤਾਂ ਉਸ ਦਾ ਜੇਕਰ ਕੋਈ ਪੁੱਤਰ ਹੋਵੇ ਤਾਂ ਉਸ ਨੂੰ ਮੇਰੇ ਪਾਸ ਲਿਆ ਕੇ ਹਾਜ਼ਰ ਕੀਤਾ ਜਾਵੇ। ਮੋਏ ਟਿਗ ਜਾਏ ਆਨਿਓ ਸੋਈ। ਤਾਂ ਛੇਤੀ ਦੇ ਨਾਲ ਇਹ ਕਾਰਜ ਕਰਨਾ ਹੈ। ਉਹ ਸਾਰੀਆਂ ਵਸਤੂਆਂ ਸਾਂਭ ਕੇ ਜਿੰਦੇ ਲਾ ਦੇਣੇ ਹੈ ਤੇ ਫਿਰ ਜੇਕਰ ਉਸ ਦੀਵਾਨ ਦਾ ਕੋਈ ਪੁੱਤਰ ਹੋਵੇਗਾ ਤਾਂ ਉਸ ਨੂੰ ਛੇਤੀ ਦੇ ਨਾਲ ਮੇਰੇ ਪਾਸ ਲੈ ਕੇ ਆਉਣਾ। ਤੂਰਨ ਸ਼ਾਹ ਸਿਪਾਹੀ ਆਏ। ਤਾਂ ਉਸੇ ਟਾਈਮ ਬਾਦਸ਼ਾਹ ਦੇ ਸਿਪਾਹੀ ਫੌਜੀ ਉਸ ਦੇ ਘਰ ਦੇ ਵਿੱਚ ਪਹੁੰਚ ਜਾਂਦੇ ਹਨ। ਸਭ ਦਵਾਰਨ ਤਾਰੇ ਪਿਰਵਾਏ। ਤਾਂ ਕੀਮਤੀ ਵਸਤੂਆਂ ਇਕੱਠੀਆਂ ਕਰਕੇ ਘਰ ਦੇ ਦਰਵਾਜ਼ੇ ਬੰਦ ਕਰ ਦਿੱਤੇ। ਹਮਰੇ ਨਰ ਹਟਾਏ ਸਮਦਾਈ। ਤਾਂ ਸਭ ਕੁਝ ਦੱਸਣਾ ਕੀਤਾ ਕਿ ਸੱਚੇ ਪਾਤਸ਼ਾਹ ਫਿਰ ਉਸ ਟਾਈਮ ਘਰ ਦੇ ਆਸੇ-ਪਾਸੇ ਸਾਰੇ ਪੁਲਿਸ ਦਾ ਪਹਿਰਾ ਲੱਗ ਜਾਂਦਾ ਹੈ। ਕੀਮਤੀ ਵਸਤੂਆਂ ਅਲੱਗ ਕਮਰਿਆਂ ਦੇ ਵਿੱਚ ਰੱਖ ਕੇ ਉੱਥੇ ਜਿੰਦਾ ਲਾ ਦਿੱਤਾ ਜਾਂਦਾ ਹੈ। ਚੌਂਕੀ ਕਰ ਤਾਕੀਦ ਬਿਠਾਈ। ਤਾਂ ਬਾਦਸ਼ਾਹ ਨੇ ਪੂਰੀ ਤਾਕੀਦ ਕਰਕੇ ਚੌਂਕੀ ਸਾਡੇ ਦਰਵਾਜ਼ੇ ਤੇ ਬਿਠਾ ਦਿੱਤੀ। ਬੂਝ ਬਾਰ ਦਾ ਹਮਤੇ ਸਾਰੀ। ਤਾਂ ਉਹਨਾਂ ਸਰਕਾਰੀ ਆਦਮੀਆਂ ਨੇ ਸਾਡੇ ਪਾਸੋਂ ਸਾਰੀ ਗੱਲਬਾਤ ਪੁੱਛਣਾ ਕੀਤੀ। ਜਾਏ ਸ਼ਾਹ ਕੇ ਪਾਸ ਉਚਾਰੀ। ਸਾਡੇ ਪਾਸੋਂ ਘਰ ਪਰਿਵਾਰ ਦੀ ਸਾਰੀ ਗੱਲਬਾਤ ਸੁਣਨ ਤੋਂ ਬਾਅਦ ਉਹਨਾਂ ਸਰਕਾਰੀ ਆਦਮੀਆਂ ਨੇ ਤੇ ਉੱਥੇ ਜਾ ਕੇ ਬਾਦਸ਼ਾਹ ਦੇ ਪਾਸ ਸਭ ਕੁਝ ਦੱਸ ਦਿੱਤਾ। ਸਪਤ ਸੁਤਾਤ ਕੇ ਕਰਮਾਹੀ। ਬਾਦਸ਼ਾਹ ਨੂੰ ਜਾ ਕੇ ਦੱਸਿਆ ਕਿ ਉਹ ਦੀਵਾਨ ਜੋ ਆਪਣਾ ਸਰੀਰ ਤਿਆਗ ਗਿਆ ਹੈ ਉਸ ਦੇ ਪਿੱਛੇ ਘਰ ਪਰਿਵਾਰ ਦੇ ਵਿੱਚ 7 ਲੜਕੀਆਂ ਹਨ ਔਰ ਲੜਕਾ ਬਾਲਕ ਇੱਕ ਵੀ ਨਹੀਂ ਹੈ, ਕੇਵਲ ਤੇ ਕੇਵਲ 7 ਲੜਕੀਆਂ ਉਸ ਦੀਵਾਨ ਦੀਆਂ ਹਨ। ਅਸ਼ਟਮ ਹੈ ਅਧਾਨ ਤ੍ਰੈ ਤਾਈ। ਪਰ 8ਵਾਂ ਬੱਚਾ ਉਸਨੇ ਅਜੇ ਜਨਮ ਲੈਣਾ ਹੈ। ਉਸ ਦਾ ਥੋੜਾ ਸਮਾਂ ਰਹਿੰਦਾ ਹੈ, ਉਸ ਬੱਚੇ ਦਾ ਜਨਮ ਹੋਣਾ ਹੈ। ਉਸ ਦੀ ਬਾਬਤ ਨਹੀਂ ਪਤਾ ਕਿ ਲੜਕਾ ਪੈਦਾ ਹੋਣਾ ਹੈ ਜਾਂ ਲੜਕੀ। ਪ੍ਰਾਤਾ ਬੰਦ ਅਪਰਨੇ ਕੋਈ। ਫਿਰ ਨਾਲ ਹੀ ਨਾਲ ਇਹ ਵੀ ਦੱਸਿਆ
ਕਿ ਉਸ ਦੀਵਾਨ ਦਾ ਨਾ ਤੇ ਕੋਈ ਭਾਈ ਨਾ ਕੋਈ ਹੋਰ ਸਾਕ ਸੰਬੰਧੀ ਐਸਾ ਹੈ। ਜੋ ਨਿਕੇਤ ਕੋ ਮਾਲਕ ਹੋਈ। ਔਰ ਜਿਹੜਾ ਬਾਅਦ ਦੇ ਵਿੱਚ ਘਰ ਪਰਿਵਾਰ ਦਾ ਮਾਲਕ ਹੋ ਸਕਦਾ ਹੈ, ਘਰ ਪਰਿਵਾਰ ਨੂੰ ਸਾਂਭ ਸਕਦਾ ਹੈ, ਉਸ ਦਾ ਨਾ ਤੇ ਕੋਈ ਇਸ ਤਰ੍ਹਾਂ ਭਾਈ ਹੈ ਨਾ ਹੋਰ ਕੋਈ ਸਾਕ ਸੰਬੰਧੀ ਵੀ ਸਕਾ ਐਸਾ ਹੈ, ਜਿਹੜਾ ਬਾਅਦ ਦੇ ਵਿੱਚ ਸਾਰੇ ਘਰ ਪਰਿਵਾਰ ਦੀ ਦੇਖਭਾਲ ਕਰੇ। ਸਾਰੀ ਦੀ ਸਾਰੀ ਗੱਲਬਾਤ ਜਦ ਸਿਪਾਹੀਆਂ ਨੇ ਬਾਦਸ਼ਾਹ ਦੇ ਪਾਸ ਦੱਸ ਦਿੱਤੀ। ਪਾਤਸ਼ਾਹ ਇਮ ਸੁਨਤ ਉਚਾਰੀ। ਜਦ ਬਾਦਸ਼ਾਹ ਨੇ ਸਾਰੀ ਗੱਲ ਘਰ ਪਰਿਵਾਰ ਦੀ ਸੁਣਨਾ ਕੀਤੀ ਤੇ ਸੁਣਨ ਤੋਂ ਬਾਅਦ ਉਸ ਬਾਦਸ਼ਾਹ ਨੇ ਹੁਕਮ ਦੇ ਦਿੱਤਾ। ਜਨਮੇ ਜਬ ਲੋ ਲਿਓ ਨਿਹਾਰੀ। ਉਹ ਕਹਿਣ ਲੱਗਿਆ ਵੀ 7 ਲੜਕੀਆਂ ਹਨ ਇਸ ਦੀਵਾਨ ਦੀਆਂ, ਘਰ ਦੇ ਵਿੱਚ, ਘਰ ਪਰਿਵਾਰ ਦੇ ਵਿੱਚ, ਤੇ 8ਵੇਂ ਬਾਲਕ ਦਾ ਬੱਚੇ ਦਾ ਜਨਮ ਹੋਣ ਵਾਲਾ ਹੈ। ਉਸ ਦੀ ਬਾਬਤ ਪਤਾ ਨਹੀਂ ਹੈ ਕਿ ਲੜਕਾ ਪੈਦਾ ਹੋਵੇਗਾ ਜਾਂ ਲੜਕੀ ਪੈਦਾ ਹੋਵੇਗੀ। ਤਾਂ ਆਪਣੀ ਫੌਜ ਨੂੰ, ਆਪਣੇ ਸਿਪਾਹੀਆਂ ਨੂੰ ਇਹ ਤਾਕੀਦ ਕਰ ਦਿੱਤੀ ਕਿ ਤੁਸੀਂ ਉੱਥੇ ਚੌਂਕੀ ਬਿਠਾ ਕੇ ਰੱਖਣੀ, ਉਸ ਦੇ ਘਰ ਪਰਿਵਾਰ ਦੇ ਆਸੇ-ਪਾਸੇ ਪੂਰਾ ਪਹਿਰਾ ਲਾ ਕੇ ਰੱਖਣਾ ਹੈ। ਫਿਰ ਉਹਨਾਂ ਸਮਾਂ ਤੱਕ ਤੁਸੀਂ ਪਹਿਰਾ ਰੱਖਣਾ ਹੈ ਜਿੰਨਾ ਚਿਰ ਉਹ ਬਾਲਕ ਦਾ ਜਨਮ ਨਾ ਹੋ ਜਾਵੇ। ਹੋਏ ਪੁੱਤਰ ਤੋ ਕਰੋ ਖਲਾਸੇ। ਇਹ ਕਹਿ ਦਿੱਤਾ ਕਿ ਦੇਖੋ ਹੁਣ ਉਸ ਬੱਚੇ ਦਾ ਜਨਮ ਹੋਵੇਗਾ, ਜੇਕਰ ਜਨਮ ਹੋਣ ਤੋਂ ਬਾਅਦ ਉਹ ਲੜਕਾ ਪੈਦਾ ਹੋਇਆ ਤਾਂ ਕਹਿਣ ਲੱਗਿਆ ਕਿ ਉੱਥੋਂ ਸਾਰੀ ਚੌਂਕੀ ਉਠਾ ਦਿੱਤੀ ਜਾਵੇਗੀ, ਔਰ ਜਿੰਨੀ ਘਰ ਦੀਆਂ ਕੀਮਤੀ ਵਸਤੂਆਂ ਹਨ, ਧਨ ਦੌਲਤ ਜਿੰਨਾ ਵੀ ਹੈ, ਸਾਰੇ ਦਾ ਸਾਰਾ ਛੱਡ ਦਿੱਤਾ ਜਾਏਗਾ। ਜ਼ਮੀਨ ਜਾਇਦਾਦ ਸਾਰੇ ਦੀ ਸਾਰੀ ਇਹਨਾਂ ਨੂੰ ਹੀ ਦੇ ਦਿੱਤੀ ਜਾਵੇਗੀ। ਸੁਤਾ ਪਏ ਕਰ ਜਪਤ ਆਵਾਸੇ। ਦੂਸਰੀ ਗੱਲ ਇਹ ਕਹੀ ਕਿ ਜੇਕਰ ਇਹ ਜੋ ਬੱਚੇ ਨੇ ਅਜੇ ਜਨਮ ਲੈਣਾ ਹੈ, ਲੜਕੀ ਪੈਦਾ ਹੋ ਗਈ, ਤਾਂ ਫਿਰ ਕਹਿਣ ਲੱਗਿਆ ਉਹਨਾਂ ਦਾ ਘਰ ਪਰਿਵਾਰ ਸਾਰਾ ਜ਼ਬਤ ਕਰ ਲੈਣਾ ਹੈ। ਜਿੰਨੀ ਵੀ ਜ਼ਮੀਨ ਜਾਇਦਾਦ ਹੈ, ਜਿੰਨਾ ਵੀ ਧਨ ਮਾਲ ਇਕੱਠਾ ਕੀਤਾ ਹੋਇਆ ਹੈ, ਸਾਰੇ ਦਾ ਸਾਰਾ ਜ਼ਬਤ ਕਰਕੇ ਬਾਦਸ਼ਾਹੀ ਖਜ਼ਾਨੇ ਦੇ ਵਿੱਚ ਪਾਇਆ ਜਾਵੇ। ਤਾਂ ਉਹਨਾਂ ਸਮਿਆਂ ਦੇ ਵਿੱਚ ਪਹਿਲੇ ਤੋਂ ਹੀ ਇਸੇ ਤਰ੍ਹਾਂ ਦਾ ਅਸੂਲ ਚੱਲਿਆ ਆ ਰਿਹਾ ਸੀ। ਜੇਕਰ ਕੋਈ ਬਾਦਸ਼ਾਹ ਦਾ ਅਹੁਦੇਦਾਰ ਆਪਣਾ ਸਰੀਰ ਤਿਆਗ ਦਿੰਦਾ, ਮ੍ਰਿਤੂ ਹੋ ਜਾਂਦਾ, ਤਾਂ ਬਾਅਦ ਦੇ ਵਿੱਚ ਸਾਰਾ ਉਸ ਦਾ ਧਨ ਦੌਲਤ, ਅਹੁਦੇਦਾਰ ਦਾ ਤੇ ਸਾਰੀ ਜ਼ਮੀਨ ਜਾਇਦਾਦ ਉਹ ਬਾਦਸ਼ਾਹ ਦੇ ਪਾਸ ਉਸ ਸਥਾਨ 'ਤੇ ਹੋ ਜਾਂਦੀ ਸੀ, ਉਹ ਬਾਦਸ਼ਾਹੀ ਹੋ ਜਾਂਦੀ ਸੀ। ਜੇਕਰ ਕੋਈ ਅਹੁਦੇਦਾਰ ਬਾਦਸ਼ਾਹ ਦਾ ਚੜ੍ਹਾਈ ਕਰ ਜਾਂਦਾ, ਸਾਰੀ ਜ਼ਮੀਨ ਜਾਇਦਾਦ ਬਾਦਸ਼ਾਹ ਦੀ ਹੋ ਜਾਂਦੀ। ਜੋ ਧਨ ਦੌਲਤ ਉਹਨਾਂ ਦਾ ਇਕੱਠਾ ਕੀਤਾ ਹੁੰਦਾ ਉਹ ਵੀ ਬਾਦਸ਼ਾਹੀ ਖਜ਼ਾਨੇ ਦੇ ਵਿੱਚ ਪਾਇਆ ਜਾਂਦਾ। ਫਿਰ ਜੇਕਰ ਉਹ ਅਹੁਦੇਦਾਰ ਦਾ ਅੱਗੇ ਕੋਈ ਪੁੱਤਰ ਹੁੰਦਾ ਤਾਂ ਉਸ ਪੁੱਤਰ ਨੂੰ ਫਿਰ ਬਾਦਸ਼ਾਹ ਦੇ ਪੇਸ਼ ਕੀਤਾ ਜਾਂਦਾ, ਤਾਂ ਬਾਦਸ਼ਾਹ ਫਿਰ ਦੁਬਾਰਾ ਉਸ ਨੂੰ ਆਪਣੇ ਵੱਲੋਂ ਕੋਈ ਨਾ ਕੋਈ ਬਖਸ਼ਿਸ਼ ਕਰਦਾ, ਔਰ ਦੁਬਾਰਾ ਉਹਨਾਂ ਨੂੰ ਧਨ ਦੌਲਤ ਆਪਣੇ ਵੱਲੋਂ ਦੇ ਕੇ ਉਹਨਾਂ ਨੂੰ ਆਪਣੇ ਅਨੁਸਾਰ ਚਲਾ ਕੇ ਕਿਸੇ ਨਾ ਕਿਸੇ ਨੌਕਰੀ ਦੇ ਉੱਪਰ ਉਹਨਾਂ ਨੂੰ ਲਗਾ ਦਿੰਦਾ ਸੀ, ਕੋਈ ਨਾ ਕੋਈ ਅਹੁਦਾ ਉਸ ਦੇ ਪੁੱਤਰ ਨੂੰ ਬਖਸ਼ ਦਿੰਦਾ ਸੀ। ਪਹਿਲਾਂ ਤੋਂ ਹੀ ਇਹ ਅਸੂਲ ਚੱਲਿਆ ਆਉਂਦਾ ਸੀ। ਜੇਕਰ ਕੋਈ ਘਰ ਦੇ ਵਿੱਚ ਪੁੱਤਰ ਨਾ ਹੁੰਦਾ ਤਾਂ ਸਾਰੀ ਦੇ ਸਾਰੀ ਜੋ ਜ਼ਮੀਨ ਜਾਇਦਾਦ ਸੀ, ਸਾਰੇ ਦਾ ਸਾਰਾ ਧਨ ਸੀ, ਇਹ ਬਾਦਸ਼ਾਹ ਦਾ ਹੋ ਜਾਂਦਾ ਸੀ। ਤਾਂ ਇਸ ਬੀਬੀ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਜਦ ਉਹ ਬਾਦਸ਼ਾਹ ਨੇ ਇਹ ਹੁਕਮ ਕਰ ਦਿੱਤਾ ਕਿ ਦੇਖੋ ਜਦ ਤੱਕ ਬੱਚੇ ਦਾ ਜਨਮ ਨਹੀਂ ਹੁੰਦਾ, ਪਤਾ ਨਹੀਂ ਲੱਗਦਾ ਕਿ ਲੜਕਾ ਪੈਦਾ ਹੋਵੇਗਾ ਜਾਂ ਲੜਕੀ, ਉਹਨਾਂ ਚਿਰ ਬਹੁਤ ਸਾਰੀ ਪੁਲਿਸ ਉਸ ਦੇ ਘਰ ਦੇ ਆਸੇ-ਪਾਸੇ ਪਹਿਰਾ ਲਾ ਕੇ ਰੱਖੇ। ਔਰ ਜੇਕਰ ਲੜਕਾ ਪੈਦਾ ਹੋ ਗਿਆ ਤਾਂ ਉਸ ਦੀ ਸਾਰੀ ਜਾਇਦਾਦ ਉਹਨਾਂ ਨੂੰ ਹੀ ਦੇ ਦਿੱਤੀ ਜਾਵੇਗੀ, ਔਰ ਜੇਕਰ ਲੜਕੀ ਪੈਦਾ ਹੋਈ ਤਾਂ ਸਾਰੀ ਜਾਇਦਾਦ ਜ਼ਬਤ ਕੀਤੀ ਜਾਵੇਗੀ, ਬਾਦਸ਼ਾਹ ਦੇ ਖਜ਼ਾਨੇ ਦੇ ਵਿੱਚ ਪਾ ਦਿੱਤੀ ਜਾਵੇਗੀ। ਹੁਕਮ ਮਾਨ ਚੌਂਕੀ ਥਿਰ ਦੁਆਰੇ। ਜਦ ਸਿਪਾਹੀਆਂ ਨੇ ਸਾਰੀ ਗੱਲ ਬਾਦਸ਼ਾਹ ਤੋਂ ਸੁਣੀ ਤੇ ਬੜੀ ਗਿਣਤੀ ਦੇ ਵਿੱਚ ਸਿਪਾਹੀ ਉਸ ਸਥਾਨ ਤੇ ਪਹੁੰਚ ਚੁੱਕੇ ਸਨ, ਔਰ ਇਸ ਗੁਰਸਿੱਖ ਦੇ ਘਰ ਦੇ ਆਸੇ-ਪਾਸੇ ਆਪਣਾ ਪਹਿਰਾ ਰੱਖਦੇ ਹਨ। ਪੁਜੇ ਗਰਵ ਕੇ ਜਬ ਦਿਨ ਸਾਰੇ। ਤਾਂ ਕੁਝ ਕੁ ਸਮਾਂ ਬਤੀਤ ਹੋਣ ਤੋਂ ਬਾਅਦ
ਜਦ ਉਸ ਬੱਚੇ ਦਾ ਜਨਮ ਲੈਣ ਦਾ ਸਮਾਂ ਆ ਜਾਂਦਾ ਹੈ ਜਨਮਿਓ ਪੁੱਤਰ ਤਾਂ ਸਭ ਜੋਵਾ। ਤਾਂ ਦੇਖਣਾ ਕੀਤਾ ਕਿ ਇਸ ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਹੈ, ਲੜਕਾ ਪੈਦਾ ਹੋਇਆ ਹੈ। ਇਸ ਗੱਲ ਦਾ ਜਦ ਪਤਾ ਚੱਲ ਜਾਂਦਾ ਹੈ ਮੰਗਲ ਕੋ ਉਤਸਵ ਬਹੁ ਹੋਵਾ। ਤਾਂ ਘਰ ਦੇ ਵਿੱਚ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ, ਬੜਾ ਉਤਸ਼ਾਹ ਕੀਤਾ ਗਿਆ। ਦੁਦੰਬ ਬਜੇ ਨੌਬਤ ਬਾਜੀ। ਤਾਂ ਉਸ ਟਾਈਮ ਛੋਟੇ ਛੋਟੇ ਨਗਾਰੇ ਨਫੀਰੀਆਂ ਆਦਿ ਵਜਾਏ ਗਏ। ਸਭ ਪਰਿਵਾਰ ਪਇਓ ਬਹੁ ਰਾਜੀ। ਤਾਂ ਸਾਰਾ ਪਰਿਵਾਰ ਬੜਾ ਖੁਸ਼ ਪ੍ਰਸੰਨ ਹੋ ਜਾਂਦਾ ਹੈ ਕਿ ਨਹੀਂ ਤੇ ਬਾਦਸ਼ਾਹ ਦੇ ਹੁਕਮ ਦੇ ਅਨੁਸਾਰ ਘਰ-ਬਾਰ ਸਭ ਕੁਝ ਹੀ ਜ਼ਬਤ ਹੋ ਜਾਣਾ ਸੀ, ਪਰ ਹੁਣ ਇੱਕ ਬੱਚੇ ਨੇ ਜਨਮ ਲਿਆ, ਲੜਕੇ ਨੇ ਜਨਮ ਲਿਆ, ਤੇ ਇਸ ਦੇ ਕਰਕੇ ਹੁਣ ਸਾਡੇ ਸਾਰੇ ਘਰ ਪਰਿਵਾਰ ਦੀ ਬੰਦ ਖਲਾਸੀ ਹੋ ਜਾਵੇਗੀ। ਪਾਤਸ਼ਾਹ ਜਬ ਸੁਨਿਓ ਕੀਨ। ਤਾਂ ਉਹਨਾਂ ਸਿਪਾਹੀਆਂ ਨੇ ਅੱਗੇ ਜਾ ਕੇ ਬਾਦਸ਼ਾਹ ਨੂੰ ਦੱਸ ਦਿੱਤਾ ਹੈ। ਕਰੋ ਖਲਾਸੀ ਆਇਸ ਦੀਨ। ਤਾਂ ਜਦ ਜਾ ਕੇ ਦੱਸਿਆ ਕਿ ਸਰਕਾਰ ਉਸ ਗੁਰਸਿੱਖ ਦੇ ਘਰ ਦੇ ਵਿੱਚ ਲੜਕੇ ਨੇ ਬੱਚੇ ਨੇ ਜਨਮ ਲਿਆ ਹੈ, ਤਾਂ ਉਸ ਟਾਈਮ ਬਾਦਸ਼ਾਹ ਨੇ ਹੁਕਮ ਦੇ ਦਿੱਤਾ ਕਿ ਫਿਰ ਉਸ ਅਸਥਾਨ 'ਤੇ ਜੋ ਉਹਨਾਂ ਦਾ ਧਨ ਮਾਲ ਹੈ ਸਾਰੇ ਦਾ ਸਾਰਾ ਉਹਨਾਂ ਦੇ ਹਵਾਲੇ ਹੀ ਕਰ ਦਿੱਤਾ ਜਾਵੇ। ਬਖਸ਼ਿਓ ਪ੍ਰਥਮ ਸਮਾਨ ਰੁਜੀਨਾ। ਤਾਂ ਪਹਿਲਾਂ ਦੇ ਸਮਾਨ ਹੀ ਰੋਜ਼ੀਨਾ ਲਗਾ ਦਿੱਤਾ। ਜੋ ਧਨ ਦੌਲਤ ਇਸ ਦੇ ਪਿਤਾ ਦੀ ਤਨਖਾਹ ਆਉਂਦੀ ਸੀ, ਪੈਸਾ ਬਣਦਾ ਆਉਂਦਾ ਸੀ, ਉਹ ਉਸੇ ਤਰ੍ਹਾਂ ਹੀ ਬਾਦਸ਼ਾਹ ਨੇ ਫਿਰ ਚਾਲੂ ਕਰ ਦਿੱਤਾ ਕਿ ਰੋਜ਼ਾਨਾ ਦਾ ਧਨ ਇਹਨਾਂ ਦਾ ਇੰਨਾ ਬਣਦਾ ਹੈ ਔਰ ਇੰਨਾ ਹਰ ਰੋਜ਼ ਦੇ ਦਿੱਤਾ ਜਾਵੇ। ਕਰ ਖਲਾਸ ਤਤ ਛਿਨ ਕਰ ਦੀਨਾ। ਤਾਂ ਉਸੇ ਟਾਈਮ ਜੋ ਪਹਿਰੇ ਆਦਿ ਲਗਾਏ ਹੋਏ ਸੀ, ਸਾਰੀ ਦੀ ਸਾਰੀ ਬਾਦਸ਼ਾਹ ਦੀ ਪੁਲਿਸ ਇਸ ਘਰ ਨੂੰ ਛੱਡ ਕੇ ਆ ਜਾਂਦੇ ਹਨ। ਚੌਂਕੀ ਦਾ ਸਿਪਾਹੀ ਗਏ। ਜਿਹੜੇ ਚੌਂਕੀਦਾਰ ਸੀ, ਸਿਪਾਹੀ ਸੀ, ਸਾਰੇ ਦੇ ਸਾਰੇ ਇੱਥੋਂ ਉੱਠ ਕੇ ਬਾਦਸ਼ਾਹ ਦੇ ਪਾਸ ਪਹੁੰਚਦੇ ਹਨ। ਪਿੱਛੇ ਬੜੀਆਂ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਹੋਰ ਵੀ ਇੱਧਰੋਂ ਉੱਧਰੋਂ ਆ ਕੇ ਜੋ ਮੇਲ ਮਿਲਾਪ ਵਾਲੇ ਪ੍ਰੇਮੀ ਸਨ, ਇਹਨਾਂ ਦੇ ਸਭ ਖੁਸ਼ੀਆਂ ਮਨਾਉਂਦੇ ਹਨ, ਵਧਾਈਆਂ ਦਿੰਦੇ ਹਨ। ਜਨ ਸਨਮਾਨ ਕਰਤ ਸਭ ਪਏ। ਸਾਰੇ ਦੇ ਸਾਰੇ ਇਹਨਾਂ ਦਾ ਸਨਮਾਨ ਸਤਿਕਾਰ ਕਰਦੇ ਹਨ। ਸਪਤ ਭਗਨ ਮੈਂ ਕਹਿ ਤਿਸ ਕਾਲਾ। ਤਾਂ ਉਸ ਬੀਬੀ ਨੇ ਸਤਿਗੁਰੂ ਮਹਾਰਾਜ ਜੀਆਂ ਨੂੰ ਦੱਸਣਾ ਕੀਤਾ ਕਿ ਸੱਚੇ ਪਾਤਸ਼ਾਹ, ਅਸੀਂ 7 ਭੈਣਾਂ ਤੋਂ ਬਾਅਦ ਇੱਕ ਭਰਾ ਸਾਡੇ ਘਰ ਦੇ ਵਿੱਚ ਪੈਦਾ ਹੋਇਆ। ਧਨ ਮਰਦ ਕੀ ਸ਼ਮਸ ਵਿਸਾਲਾ। ਤੇ ਉਸੇ ਟਾਈਮ ਤੋਂ ਕਹਿਣ ਲੱਗੀ ਕਿ ਮੈਂ ਆਪਣੇ ਮਨ ਦੇ ਵਿੱਚ ਮਰਦ ਨੂੰ ਬਹੁਤ ਉੱਚਾ ਸੁੱਚਾ ਤੇ ਵੱਡਾ ਜਾਣਿਆ। ਸਭ ਪਰਿਵਾਰ ਛੁਟਿਓ ਜਿਸ ਪਾਛੇ। ਜਿਸ ਮਰਦ ਦੇ ਜਨਮ ਲੈਣ ਦੇ ਕਾਰਨ ਸਾਡਾ ਸਾਰਾ ਪਰਿਵਾਰ ਛੁੱਟ ਜਾਂਦਾ ਹੈ, ਨਹੀਂ ਤੇ ਬਾਦਸ਼ਾਹ ਨੇ ਸਾਰੀ ਜ਼ਮੀਨ ਜਾਇਦਾਦ, ਸਾਰਾ ਧਨ ਦੌਲਤ ਉਹ ਜ਼ਬਤ ਕਰ ਲੈਣਾ ਸੀ। ਔਰ ਅਸੀਂ 7 ਭੈਣਾਂ ਆਪਣੇ ਬੜੇ ਦੁੱਖ ਦੇ ਅਨੁਸਾਰ, ਬੜੀ ਮੁਸ਼ਕਲ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ। ਤਾਂ ਤੇ ਮੈਂ ਉਸ ਟਾਈਮ ਤੋਂ ਸਮਝ ਲਿਆ ਕਿ ਮਰਦ ਮਨੁੱਖਾ ਜਨਮ ਧਨਤਾ ਹੈ ਔਰ ਮਰਦ ਧਨਤਾ ਦੇ ਯੋਗ ਹਨ। ਇਸ ਤੇ ਅਪਰ ਨਹੀਂ ਕੋ ਆਛੇ। ਤਾਂ ਇਸ ਤੋਂ ਅੱਛੀ ਚੰਗੀ ਗੱਲ ਹੋਰ ਕਿਹੜੀ ਹੋ ਸਕਦੀ ਹੈ। ਜਿਸ ਦਾੜੀ ਤੇ ਜਬ ਤਬ ਜੋਗ। ਤਾਂ ਦਾੜੀ ਦੀ ਬਾਬਤ ਬਹੁਤ ਸਾਰੇ ਬਚਨ ਬਿਲਾਸ ਆਏ ਕਿ ਮਰਦ ਦੀ ਦਾੜੀ ਧਨਤਾ ਦੇ ਯੋਗ ਹੈ। ਫਲੇ ਸਕਲ ਦੇ ਸੁਖ ਗਨ ਭੋਗ। ਔਰ ਇਹਨਾਂ ਦੇ ਅਨੁਸਾਰ, ਮਰਦਾਂ ਦੇ ਅਨੁਸਾਰ ਹੀ ਘਰ ਪਰਿਵਾਰ ਦੇ ਵਿੱਚ ਸੁੱਖ ਹੁੰਦੇ ਹਨ। ਮਰਦ ਕਚੇਰੀ ਦਰ ਦਰਗਾਹੇ। ਤੇ ਮਰਦ ਰੱਬ ਦੀ ਦਰਗਾਹ ਦੇ ਵਿੱਚ ਅਤੇ ਦੁਨੀਆ ਦੀ ਕਚਹਿਰੀ ਦੇ ਵਿੱਚ ਉਸ ਸਥਾਨ ਤੇ ਸਤਿਕਾਰਿਆ ਜਾਂਦਾ ਹੈ। ਸ਼ਮਸ਼ ਕਬੂਲ ਪਰੇ ਦੁੱਤ ਜਾਏ। ਤਾਂ ਇਸੇ ਤਰ੍ਹਾਂ ਹੀ ਜਦ ਬਚਨ ਬਿਲਾਸ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਨਾਲ ਇਸ ਬੀਬੀ ਦੇ ਹੋ ਰਹੇ ਹਨ। ਮਰਦ ਬਿਨਾ ਸ਼ਮਸ਼ ਦਸਤਾਰ। ਇਹ ਵੀ ਬਚਨ ਬਿਲਾਸ ਹੋਏ ਕਿ ਦਸਤਾਰ ਤੋਂ ਬਿਨਾ ਅਤੇ ਦਾੜੀ ਤੋਂ ਬਿਨਾ ਜੋ ਕੋਈ ਵੀ ਗੁਰਸਿੱਖ ਹੈ, ਇਨ ਬਿਨ ਔਰਤ ਪਰੇ ਨਿਹਾਰ। ਭਾਵੇਂ ਕੋਈ ਵੀ ਮਨੁੱਖ ਹੈ, ਜੇਕਰ ਸਿਰ ਤੇ ਦਸਤਾਰ ਨਹੀਂ ਹੈ, ਦਾੜੀ ਨਹੀਂ ਹੈ, ਤੇ ਉਹ ਔਰਤਾਂ ਦੇ ਸਮਾਨ ਹੀ ਦਿਖਾਈ ਦਿੰਦਾ ਹੈ। ਸੱਚੇ ਪਾਤਸ਼ਾਹ ਮੈਂ ਚੀਤ। ਤਾਂ ਸਾਰੀ ਗੱਲਬਾਤ ਕਰਨ ਤੋਂ ਬਾਅਦ ਦੱਸਿਆ ਕਿ ਸੱਚੇ ਪਾਤਸ਼ਾਹ
ਉਸੇ ਟਾਈਮ ਤੋਂ ਮੇਰੇ ਮਨ ਦੇ ਵਿੱਚ ਇਹ ਬੜੀ ਦ੍ਰਿੜ ਪ੍ਰਤੀਤ ਹੋ ਜਾਂਦੀ ਹੈ ਤਬ ਕੀ ਤਰੀ ਵਿਸਾਲ ਪ੍ਰਤੀਤ। ਕਿ ਇੱਕ ਬਾਲਕ ਦੇ ਜਨਮ ਦੇ ਲੈਣ ਦੇ ਨਾਲ, ਮਰਦ ਦੇ ਸਾਡੇ ਘਰ ਦੇ ਵਿੱਚ ਆਉਣ ਦੇ ਨਾਲ ਸਾਰਾ ਘਰ ਪਰਿਵਾਰ ਛੁੱਟ ਜਾਂਦਾ ਹੈ, ਜਾਇਦਾਦ ਛੁੱਟ ਜਾਂਦੀ ਹੈ, ਸਾਡਾ ਸਾਰਾ ਜੀਵਨ ਸੁੱਖਾਂ ਦਾ ਬਤੀਤ ਹੁੰਦਾ ਹੈ। ਜਨਮਤ ਮਰਦ ਸੋ ਬੰਧ ਖਲਾਸੀ। ਤਾਂ ਜਨਮ ਲੈਣ ਦੇ ਨਾਲ ਸਾਡੇ ਘਰ ਪਰਿਵਾਰ ਦਾ ਛੁਟਕਾਰਾ ਹੋਇਆ। ਹਮ ਜਨਾਨੀਆਂ ਸ਼ਬਦ ਪ੍ਰਕਾਸ਼ੀ। ਤੇ ਇਹ ਦੱਸਿਆ ਬਾਰ-ਬਾਰ ਸੱਚੇ ਪਾਤਸ਼ਾਹ, ਅਸੀਂ 7 ਭੈਣਾਂ ਉਸ ਘਰ ਪਰਿਵਾਰ ਦੇ ਵਿੱਚ ਜਨਮ ਲੈ ਚੁੱਕੀਆਂ ਸਨ। ਨੇ ਮੁਲਾਹਜਾ ਕਿਨੇ ਉਬਾਚੀ। ਪਰ 7 ਭੈਣਾਂ ਹੋਣ ਦੇ ਬਾਵਜੂਦ ਵੀ ਸਾਡੇ ਬਾਰੇ ਇਹ ਨਹੀਂ ਸੋਚਿਆ ਗਿਆ ਕਿ ਇਸ ਘਰ ਦੇ ਵਿੱਚ 7 ਲੜਕੀਆਂ ਹਨ, ਇਹਨਾਂ ਦਾ ਘਰ ਪਰਿਵਾਰ ਦਾ ਜੋ ਪੈਸਾ ਹੈ ਉਹ ਛੱਡ ਦਿੱਤਾ ਜਾਵੇ। ਇਹ ਨਹੀਂ ਦੇਖਿਆ ਗਿਆ, ਪਰ ਬਾਦਸ਼ਾਹ ਨੇ ਇਹ ਹੁਕਮ ਕਰ ਦਿੱਤਾ ਕਿ ਜੇਕਰ ਲੜਕਾ ਹੋਵੇ ਤੇ ਘਰ ਪਰਿਵਾਰ ਛੱਡ ਦਿੱਤਾ ਜਾਵੇ, ਨਹੀਂ ਤੇ ਸਾਰੀ ਜਾਇਦਾਦ ਬਾਦਸ਼ਾਹ ਦੇ ਹਵਾਲੇ ਹੋ ਜਾਵੇਗੀ। ਜਾਤੇ ਧਨ ਸ਼ਮਸ ਹੈ ਸਾਚੀ। ਇਸ ਕਰਕੇ ਮਰਦ ਨੂੰ ਧਨਤਾ ਦੇ ਯੋਗ ਜਾਣਨਾ ਕੀਤਾ। ਚੌਪਈ ਸੁਨ ਕਰ ਸਕਲ ਸਭਾ ਵਿਸਮਾਈ। ਸਤਿਗੁਰੂ ਮਹਾਰਾਜ ਜੀਆਂ ਦੇ ਨਾਲ ਇਸ ਬੀਬੀ ਦੇ ਬਚਨ ਬਿਲਾਸ ਹੋਏ ਤਾਂ ਹੋਰ ਦੀਵਾਨ ਦੇ ਵਿੱਚ ਜਿੰਨੇ ਵੀ ਸਿੱਖ ਸੰਗਤਾਂ ਸਨ, ਸਭ ਦੇ ਸਭ ਸੁਣ ਕੇ, ਸਾਰੀ ਵਾਰਤਾ ਸੁਣ ਕੇ ਬੜੇ ਹੈਰਾਨ ਹੁੰਦੇ ਹਨ। ਧੰਨ ਧੰਨ ਬੋਲੇ ਤਿਸ ਤਾਈ। ਤਾਂ ਧੰਨ ਧੰਨ ਉਸ ਬੀਬੀ ਨੂੰ ਵੀ ਕਹਿਣ ਲੱਗੇ। ਤਬ ਸਤਿਗੁਰ ਪਾਖਿਓ ਤਿਸ ਹੇਰੀ। ਤਾਂ ਸਤਿਗੁਰੂ ਮਹਾਰਾਜ ਉਸ ਸਮੇਂ ਫਿਰ ਬਚਨ ਕਰਦੇ ਹਨ। ਧਨ ਪ੍ਰਤੀਤ ਹਿਰਦੈ ਅਸ ਤੇਰੀ। ਉਸ ਬੀਬੀ ਨੂੰ ਬਚਨ ਕਰਦੇ ਹਨ ਕਿ ਤੇਰੇ ਹਿਰਦੇ ਦੀ ਪ੍ਰਤੀਤ ਇਹ ਬੜੀ ਧਨਤਾ ਦੇ ਯੋਗ ਹੈ। ਚੌਪਈ ਇਮ ਸਤਿਗੁਰ ਕਰ ਬਚਨ ਬਿਲਾਸਾ। ਇਸ ਤਰ੍ਹਾਂ ਸਿੱਖ ਸੰਗਤਾਂ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੇ ਬਚਨ ਬਿਲਾਸ ਕੀਤੇ। ਕਰੀ ਸੰਪੂਰਨ ਸੰਗਤ ਆਸਾ। ਫਿਰ ਹੋਰ ਸਿੱਖ ਸੰਗਤਾਂ ਦੀਆਂ ਮਨੋ ਕਾਮਨਾ ਉਹ ਸਤਿਗੁਰਾਂ ਮਿਹਰ ਕਰਕੇ ਪੂਰੀਆਂ ਕੀਤੀਆਂ। ਕੇਤਕ ਦਿਨ ਆਨੰਦਪੁਰ ਰਹਿ ਗਏ। ਔਰ ਕਿੰਨੇ ਕੁ ਦਿਨ ਆਨੰਦਪੁਰ ਦੇ ਵਿੱਚ ਸਿੱਖ ਸੰਗਤਾਂ ਦਾ ਨਿਵਾਸ ਰਿਹਾ। ਭਈ ਬਿਦਾ ਪੁਨ ਬੇਨਤੀ ਕਹਿ ਕੈ। ਇਹ ਬੀਬੀ ਵੀ ਕੁਝ ਕੁ ਦਿਨ ਆਨੰਦਪੁਰ ਸਾਹਿਬ ਸਤਿਗੁਰਾਂ ਦੇ ਚਰਨਾਂ 'ਚ ਰਹਿ ਕੇ ਫਿਰ ਸਤਿਗੁਰਾਂ ਤੋਂ ਵਿਦਾਇਗੀ ਲੈ ਕੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਆਪਣੇ ਘਰ ਵਾਪਸ ਜਾਂਦੀ ਹੈ। ਲੈ ਪਾਉਲ ਖੰਡੇ ਕੀ ਕੀਤੇ। ਬੜੇ ਗੁਰਸਿੱਖਾਂ ਨੇ ਸਤਿਗੁਰੂ ਮਹਾਰਾਜ ਜੀਆਂ ਦੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਕੀਤਾ। ਆਯੁਧ ਤਾਰ ਗੁਰੂ ਹਰ ਖੇਤੇ। ਤਾਂ ਸਤਿਗੁਰੂ ਮਹਾਰਾਜ ਆਪਣੇ ਗੁਰਸਿੱਖਾਂ ਤੇ ਬੜੀ ਖੁਸ਼ੀ ਪ੍ਰਸੰਨਤਾ ਕਰਦੇ ਹਨ। ਲੈ ਸਿਰ ਪਾਉ ਆਵਾਸ ਸਿਧਾਏ। ਤਾਂ ਗੁਰੂ ਮਹਾਰਾਜ ਜੀ ਹੁਣ ਦੂਰ ਤੋਂ ਆਉਣ ਵਾਲੀਆਂ ਸਿੱਖ ਸੰਗਤਾਂ ਔਰ ਬੜੇ ਪਿਆਰ ਦੇ ਨਾਲ ਇਹਨਾਂ ਨੂੰ ਸਰੋਪੇ ਆਦਿ ਦਿਆ ਕਰਦੇ ਸਨ। ਜਸ ਕੋ ਉਚਰਤ ਜਿਤ ਜਿਤ ਜਾਏ। ਜੋ ਵੀ ਸਿੱਖ ਸੰਗਤਾਂ ਗੁਰੂ ਮਹਾਰਾਜ ਜੀਆਂ ਦਾ ਜਸ ਕਰਦੇ ਕਰਦੇ ਆਪੋ ਆਪਣੇ ਘਰਾਂ ਨੂੰ ਜਾਂਦੇ। ਜਿਮ ਆਮਦ ਤਿਮ ਖਰਚ ਵਿਸਾਲਾ। ਗੁਰੂ ਘਰ ਦੇ ਵਿੱਚ ਜਿਵੇਂ ਵੱਡੀਆਂ ਵੱਡੀਆਂ ਭੇਟਾਵਾਂ ਲਿਆ ਕੇ ਗੁਰਸਿੱਖ ਨਮਸਕਾਰਾਂ ਕਰਦੇ ਸਨ, ਬੜਾ ਧਨ ਦੌਲਤ ਲਿਆ ਕੇ ਨਮਸਕਾਰਾਂ ਕਰਦੇ, ਮੱਥਾ ਟੇਕਦੇ। ਉੱਥੇ ਗੁਰੂ ਘਰ ਦੇ ਖਰਚੇ ਵੀ ਬਹੁਤ ਸਨ, ਕਿਉਂਕਿ ਲੰਗਰ ਪਾਣੀ ਆਦਿ ਬੜੇ ਭਾਰੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੇ ਲਈ ਤਿਆਰ ਹੁੰਦਾ। ਹੋਰ ਇੱਧਰ ਉੱਧਰ ਜਾਣੇ ਜਿਸ ਤਰ੍ਹਾਂ ਦੀ ਆਮਦਨ ਉਸੇ ਤਰ੍ਹਾਂ ਦਾ ਖਰਚ ਵੀ ਹੁੰਦਾ ਰਹਿੰਦਾ ਸੀ। ਗੁਰ ਕੇ ਘਰ ਹੋਵਤ ਸਭ ਕਾਲਾ। ਗੁਰੂ ਘਰ ਦੇ ਵਿੱਚ ਬਹੁਤ ਸਾਰੇ ਧਨ ਦੌਲਤਾਂ ਆਉਂਦੇ ਔਰ ਬਹੁਤ ਸਾਰਾ ਧਨ ਖਰਚ ਹੁੰਦਾ ਰਹਿੰਦਾ ਸੀ। ਕਾਤਕ ਬਿਤਿਓ ਸੋ ਅਗਹਨ ਆਵਾ। ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਤਾਂ ਜਿਸ ਟਾਈਮ ਕੱਤਕ ਦਾ ਮਹੀਨਾ ਬਤੀਤ ਹੋ ਜਾਂਦਾ ਹੈ, ਅੱਗੇ ਮੱਘਰ ਦਾ ਮਹੀਨਾ ਆਉਂਦਾ ਹੈ। ਬੈਠੇ ਗੁਰੂ ਦੀਵਾਨ ਲਗਾਵਾ। ਫਿਰ ਸਤਿਗੁਰੂ ਮਹਾਰਾਜ ਜੀਆਂ ਦਾ ਇੱਕ ਦਿਨ ਦੀਵਾਨ ਲੱਗਿਆ ਹੋਇਆ ਸੀ। ਤਬ ਸਿੱਖਨ ਕਰ ਜੋਰ ਉਚਾਰਾ। ਤਾਂ ਉਸ ਟਾਈਮ ਗੁਰੂ ਘਰ ਦਾ ਪ੍ਰਬੰਧ ਚਲਾਉਣ ਵਾਲੇ ਕੁਝ ਕੁ ਗੁਰਸਿੱਖਾਂ ਨੇ ਖੜੇ ਹੋ ਕੇ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ। ਗੁਰ ਸਾਚੇ ਪਾਤਸ਼ਾਹ ਉਦਾਰਾ। ਐ ਸੱਚੇ ਪਾਤਸ਼ਾਹ ਸਾਡੀ ਬੇਨਤੀ ਸੁਣਨਾ ਕਰੋ। ਭਾਣਾ ਪ੍ਰਭੂ ਕੋ ਜਿਮ ਉਰ ਚਾਹੋ। ਤੇ ਪਰਮੇਸ਼ਵਰ ਦਾ ਭਾਣਾ ਹੈ, ਆਪ ਦਾ ਆਪ ਦੀ ਰਜਾ ਹੈ। ਜਿਸ ਤਰ੍ਹਾਂ ਵੀ ਆਪ ਦੇ ਮਨ ਦੇ ਵਿੱਚ ਹੋਵੇ
ਕਰਨਾ ਤੇ ਆਪ ਜੀਆਂ ਨੇ ਉਸੇ ਤਰ੍ਹਾਂ ਹੀ ਆਪਣਾ ਭਾਣਾ ਹੈ। ਤਿਮ ਵਿਹਾਰ ਤਰੋ ਸਭ ਮਾਹੋ। ਜਿਸ ਤਰ੍ਹਾਂ ਆਪ ਜੀ ਚਾਹੁੰਦੇ ਹੋ ਉਸੇ ਤਰ੍ਹਾਂ ਹੋਵੇਗਾ, ਪਰ ਸਾਡੀ ਇੱਕ ਬੇਨਤੀ ਆਪ ਜੀਆਂ ਦੇ ਪਾਸ ਹੈ। ਤਉ ਪਰੰਤ ਖਰਚ ਅਵਚਈਏ। ਪਰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸਾਡੇ ਵੱਲੋਂ ਇਹ ਬੇਨਤੀ ਹੈ ਕਿ ਹੁਣ ਅੱਗੇ ਠੰਡ ਦਾ ਮਹੀਨਾ ਆ ਚੁੱਕਿਆ ਹੈ, ਸਰਦੀ ਦਾ ਮਹੀਨਾ ਆ ਚੁੱਕਿਆ ਹੈ, ਇਸ ਲਈ ਧਨ ਦੌਲਤ ਹੋਰ ਖਰਚ ਕਰਨ ਦੇ ਵਾਸਤੇ ਜ਼ਰੂਰਤ ਪਵੇਗੀ। ਸੀਤ ਕਾਲ ਆਇਓ ਬੋਲਈਏ। ਤਾਂ ਹੁਣ ਅੱਗੇ ਠੰਡ ਦੇ ਮਹੀਨੇ ਸ਼ੁਰੂ ਹੋ ਜਾਣੇ ਹਨ। ਇਸ ਪ੍ਰਕਾਰ ਜਬ ਹੂੰ ਸਭ ਕਹਿਓ। ਤਾਂ ਇਸ ਤਰ੍ਹਾਂ ਜਦ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ, ਇਕ ਵਣਜਾਰਾ ਆਵਤ ਲਹਿਓ। ਸਤਿਗੁਰਾਂ ਦੇ ਪਾਸ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕੁਝ ਕੁ ਧਨ ਇੰਨਾ ਕੁ ਹੋਰ ਚਾਹੀਦਾ ਹੈ ਕਿ ਠੰਡ ਦੇ ਮਹੀਨੇ ਆ ਗਏ ਹਨ, ਗਰਮ ਵਸਤਰਾਂ ਦੀ ਜ਼ਰੂਰਤ ਸਾਰੇ ਗੁਰਸਿੱਖ ਸੰਗਤਾਂ ਦੇ ਵਿੱਚ ਪੈਣੀ ਹੈ। ਹੁਣ ਗੁਰੂ ਘਰ ਦੇ ਵਿੱਚ ਰਜਾਈਆਂ ਆਦਿ ਇਹਨਾਂ ਦੀ ਵੀ ਜ਼ਰੂਰਤ ਪੈਣੀ ਹੈ, ਕੰਬਲ ਆਦਿ, ਤੇ ਹੋਰ ਵੀ ਮੋਟੇ ਵਸਤਰ ਗਰਮ ਵਸਤਰਾਂ ਦੀ ਜ਼ਰੂਰਤ ਪੈਣੀ ਹੈ। ਇਸ ਲਈ ਬਹੁਤ ਸਾਰਾ ਧਨ ਹੋਰ ਚਾਹੀਦਾ ਹੈ। ਸਤਿਗੁਰਾਂ ਜਦ ਇਸ ਤਰ੍ਹਾਂ ਸਤਿਗੁਰਾਂ ਦੇ ਪਾਸ ਬੇਨਤੀ ਕੀਤੀ ਤਾਂ ਬੇਨਤੀ ਕਰਨ ਤੋਂ ਬਾਅਦ ਸਤਿਗੁਰਾਂ ਇਹਨਾਂ ਦੇ ਨਾਲ ਬਚਨ ਬਿਲਾਸ ਕੀਤੇ। ਇਹ ਵਚਨ ਬਿਲਾਸ ਕਰਦੇ ਕਰਦੇ ਹੀ ਇੱਕ ਬਣਜਾਰਾ ਉਹ ਸਤਿਗੁਰੂ ਮਹਾਰਾਜ ਜੀਆਂ ਦੇ ਦਰਬਾਰ ਦੇ ਵਿੱਚ ਹਾਜ਼ਰ ਹੁੰਦਾ ਹੈ। ਤਰਿਓ ਰਜਤਪਣ ਦੋਨ ਹਜ਼ਾਰੇ। ਇਸ ਬਣਜਾਰੇ ਨੇ ਉਸੇ ਟਾਈਮ ਸਤਿਗੁਰਾਂ ਦੇ ਪਾਸ 2000 ਰੁਪਈਆ ਰੱਖ ਕੇ ਮੱਥਾ ਟੇਕ ਦਿੱਤਾ। ਮਸਤਕ ਟੇਕਿਓ ਗੁਰੂ ਅਗਾਰੇ। 2000 ਰੁਪਈਆ ਸਤਿਗੁਰਾਂ ਦੇ ਚਰਨਾਂ 'ਚ ਰੱਖ ਕੇ ਇਸ ਬਣਜਾਰੇ ਨੇ ਮੱਥਾ ਟੇਕਿਆ। ਹਾਥ ਜੋੜ ਜਬ ਸਨਮੁਖ ਬੈਸਾ। ਹੱਥ ਜੋੜ ਕੇ ਜਦ ਸਤਿਗੁਰੂ ਮਹਾਰਾਜ ਜੀਆਂ ਦੇ ਸਾਹਮਣੇ ਬੈਠ ਜਾਂਦਾ ਹੈ, ਬੋਲੇ ਪ੍ਰਭ ਇਹੋ ਧਨ ਹੈ ਕੈਸਾ। ਸਤਿਗੁਰੂ ਪੁੱਛਣ ਲੱਗੇ ਵੀ ਇਹ ਇੰਨਾ ਧਨ ਲੈ ਕੇ ਆਇਆ ਹੈ, ਇਹ ਕਿਸ ਤਰ੍ਹਾਂ, ਇਸ ਦਾ ਲਿਆਉਣ ਦਾ ਤੇਰਾ ਕੀ ਕਾਰਨ ਹੈ? ਕਿਸ ਕੋ ਸਿੱਖ ਕਹਾਂ ਤੂੰ ਰਹੈ। ਸਤਿਗੁਰਾਂ ਪੁੱਛਣਾ ਕੀਤਾ ਕਿ ਭਾਈ ਤੂੰ ਕਿਸ ਦਾ ਸਿੱਖ ਹੈ ਅਤੇ ਕਿਸ ਸਥਾਨ ਤੇ ਰਹਿੰਦਾ ਹੈ? ਸੁਨ ਗੁਰ ਸੰਗ ਬੇਨਤੀ ਕਹੈ। ਸਤਿਗੁਰਾਂ ਦਾ ਬਚਨ ਸੁਣ ਕੇ ਆਪਣੇ ਵੱਲੋਂ ਬੇਨਤੀ ਕਰਦਾ ਹੈ। ਪੁਰ ਮੁਲਤਾਨੇ ਕਰੋ ਬਸੇਰਾ। ਇਹ ਬੇਨਤੀ ਕਰਦਾ ਹੈ ਕਿ ਮੈਂ ਮੁਲਤਾਨ ਸ਼ਹਿਰ ਦੇ ਵਿੱਚ ਰਹਿਣ ਵਾਲਾ ਇੱਕ ਬਣਜਾਰਾ ਹਾਂ। ਆਹੋ ਮੁਰੀਦ ਨਿਗਾਹੇ ਕੇਰਾ। ਅਰ ਮੈਂ ਇੱਕ ਨਿਗਾਹੇ ਵਾਲੇ ਪੀਰ ਦਾ ਮੁਰੀਦ ਬਣਿਆ ਹੋਇਆ ਹਾਂ। ਇਸ ਨੇ ਆਪਣੇ ਵੱਲੋਂ ਸਾਰੀ ਵਾਰਤਾ ਦੱਸਣਾ ਕੀਤੀ ਕਿ ਮੈਂ ਇੱਕ ਬਣਜਾਰਾ ਹਾਂ, ਵਣਜ ਕਰਨ ਦੇ ਵਾਸਤੇ ਇਧਰਲੇ ਇਲਾਕਿਆਂ ਦੇ ਵਿੱਚ ਆਇਆ ਹੋਇਆ ਸੀ ਅਰ ਮੁਲਤਾਨ ਸ਼ਹਿਰ ਦੇ ਵਿੱਚ ਰਹਿਣ ਵਾਲਾ ਹਾਂ, ਨਿਗਾਹੇ ਵਾਲੇ ਪੀਰ ਦਾ ਮੈਂ ਮੁਰੀਦ ਹਾਂ। ਤਾਂ ਇਸ ਨੇ ਆਪਣੇ ਵੱਲੋਂ ਬੇਨਤੀ ਕੀਤੀ। ਹੁਣ ਅੱਗੇ ਜਿਸ ਪ੍ਰਕਾਰ ਇਸ ਬਣਜਾਰੇ ਨੇ ਗੁਰੂ ਕੀ ਸਿੱਖੀ ਧਾਰਨ ਕਰਨੀ ਹੈ, ਗੁਰੂ ਕੀ ਸਿੱਖੀ ਧਾਰਨ ਕਰਕੇ ਇਸਨੇ ਗੁਰਸਿੱਖ ਬਣਨਾ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਵੇਗੀ। ਇਉਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਇਤ ਵਿਵਹਾਰ ਕਰਨ ਕੋ ਆਇਓ। ਬਿਕਿਓ ਨਾ ਮਾਲ ਫਿਰਿਓ ਅਕਲਾਇਓ। ਇਤ ਵਿਵਹਾਰ ਕਰਨ ਕੋ ਆਇਓ। ਬਿਕਿਓ ਨਾ ਮਾਲ ਫਿਰਿਓ ਅਕਲਾਇਓ। ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾ।